ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਜੋ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੇ ਉਦਾਸਾ ਰਹਾਉ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 29 ਦੇ ਉੱਪਰ ਸ਼ੋਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਮਾਲਕ ਜੀ ਨੇ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਤੇ ਮਨ ਨੂੰ ਇਹ ਆਖਿਆ ਵੀ ਤੂੰ ਦਿਨ ਰਾਤ ਆਪਣੀਆਂ ਆਸਾਵਾਂ ਦੇ ਅੰਦਰ ਆਪਣੀਆਂ ਇੱਛਾਵਾਂ ਦੇ ਵਿੱਚ ਲੱਗਾ ਰਹਿਣਾ। ਤੇਰੇ ਅੰਦਰ ਦਿਨ ਰਾਤ ਇੱਛਾਵਾਂ ਭਰੀਆਂ ਰਹਿੰਦੀਆਂ ਨੇ। ਮਨ ਨੂੰ ਸੰਬੋਧਨ ਕਰਕੇ ਆਖਿਆ ਵੀ ਮਨਾ, ਤੇਰੇ ਵਿੱਚ ਹਰ ਸਮੇਂ ਹਰ ਵਕਤ ਇੱਛਾਵਾਂ ਲਾਲਸਾਵਾਂ ਕਈ ਤਰ੍ਹਾਂ ਦੀਆਂ ਆਸਾਵਾਂ
ਪੂਰੀਆਂ ਰਹਿੰਦੀਆਂ ਨੇ। ਉਹਨਾਂ ਆਸਾਵਾਂ ਦੇ ਕਰਕੇ ਜਾਂ ਉਹਨਾਂ ਲਾਲਸਾਵਾਂ ਦੇ ਕਰਕੇ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਜਿਹੜਾ ਅਸਲ ਦੇ ਵਿੱਚ ਵੈਰਾਗ ਹੈ, ਅਸਲ ਦੇ ਵਿੱਚ ਜੋ ਉਦਾਸੀ ਹੈ, ਉਹ ਧਾਰਨ ਨਹੀਂ ਕਰ ਸਕਿਆ। ਤੂੰ ਅਸਲ ਵਿੱਚ ਵੈਰਾਗੀ ਨਹੀਂ ਬਣ ਸਕਿਆ। ਤੇ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਨੇ ਅੱਜ ਸਾਨੂੰ ਮਨ ਕਰਕੇ ਵੈਰਾਗੀ ਬਣਨ ਦੇ ਲਈ ਉਪਦੇਸ਼ ਦਿੱਤਾ ਵੀ ਅਸੀਂ ਵੈਰਾਗੀ ਮਨ ਕਰਕੇ ਕਿਵੇਂ ਬਣਨਾ। ਜਿੱਥੇ ਮਨ ਕਰਕੇ ਵੈਰਾਗੀ ਬਣਨ ਦੀ ਸਿੱਖਿਆ ਸਾਨੂੰ ਦਿੱਤੀ, ਉੱਥੇ ਸਰੀਰ ਕਰਕੇ ਵੈਰਾਗੀ ਜਿਹੜੇ ਨੇ, ਸਰੀਰ ਕਰਕੇ ਜਿਨ੍ਹਾਂ ਵੈਰਾਗ ਧਾਰਨ ਕੀਤਾ, ਉਹਨਾਂ ਨੂੰ ਵੀ ਮਾਲਕ ਪਾਤਸ਼ਾਹ ਜੀ ਆਖਦੇ ਨੇ, ਭਾਈ ਤੁਹਾਡਾ ਸਰੀਰ ਕਰਕੇ ਧਾਰਿਆ ਵੈਰਾਗ, ਕਾਇਆ ਕਰਕੇ ਕੀਤਾ ਹੋਇਆ ਵੈਰਾਗ ਤੁਹਾਡਾ ਕਿਸੇ ਲੇਖੇ ਵਿੱਚ ਨਹੀਂ। ਤੁਸੀਂ ਕਦੇ ਵੈਰਾਗੀ ਨਹੀਂ ਬਣ ਸਕਦੇ। ਸਤਿਗੁਰੂ ਜੀ ਨੇ ਰਹਾਉ ਦੀ ਪੰਕਤੀ ਵਿੱਚ ਪਹਿਲੋਂ ਜ਼ਿਕਰ ਕੀਤਾ, ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਪੂਰ ਰਹੀ ਤੋਂ ਭਾਵ ਭਰੀ ਪਈ, ਕਿ ਨਿਤ ਆਸਾ, ਨਿਤਾ ਪ੍ਰਤੀ ਇੱਕ ਨਵੀਂ ਆਸ ਹੈ। ਕਿਹਦੇ ਵਿੱਚ? ਮਨ ਵਿੱਚ। ਸਾਹਿਬ ਕਹਿੰਦੇ ਮਨਾ, ਤੇਰੇ ਅੰਦਰ ਨਿਤਾ ਪ੍ਰਤੀ ਇੱਕ ਨਵੀਂ ਆਸ ਹੈ, ਨਵੀਂ ਇੱਛਾ ਹੈ, ਜਿਹੜੀ ਹਰ ਵਕਤ ਭਰੀ ਰਹਿੰਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਮਨ ਕਦੇ ਇੱਛਾਵਾਂ ਤੋਂ ਖਾਲੀ ਨਹੀਂ ਹੋਇਆ। ਮਨ ਕਦੇ ਵੀ ਇੱਛਾਵਾਂ ਤੋਂ ਖਾਲੀ ਨਹੀਂ ਹੋਇਆ, ਜਿਹਨੂੰ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆਖਦੇ, ਸਹਿਸ ਖੱਟੇ ਲਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਕਦੇ ਵੀ ਤ੍ਰਿਪਤੀ ਨਹੀਂ, ਕਦੇ ਵੀ ਜੀਵਨ ਵਿੱਚ ਇੱਛਾਵਾਂ ਤੋਂ ਰਹਿਤ ਨਹੀਂ ਹੋਇਆ ਮਨ। ਮਨ ਇੱਛਾਵਾਂ ਤੋਂ ਰਹਿਤ ਹੁੰਦਾ ਤੇ ਪ੍ਰਵਾਨਿਆ ਜਾਂਦਾ, ਪਰ ਮਨ ਇੱਛਾਵਾਂ ਦੇ ਅਧੀਨ ਰਿਹਾ। ਔਰ ਨਿਤਾ ਪ੍ਰਤੀ ਇਹਦੇ ਅੰਦਰ ਇੱਕ ਨਵੀਂ ਆਸ ਹੈ, ਨਵੀਂ ਇੱਛਾ ਹੈ, ਜਿਹੜੀ ਨਿਤਾ ਪ੍ਰਤੀ ਇਹਦੇ ਅੰਦਰ ਇੱਕ ਪੈਦਾ ਹੋ ਰਹੀ ਹੈ। ਮਨ ਦੀਆਂ ਕਾਮਨਾਵਾਂ ਤੋਂ ਕਦੇ ਵੀ ਛੁਟਕਾਰਾ ਨਹੀਂ, ਮਨ ਦੀਆਂ ਭਾਵਨਾਵਾਂ ਤੋਂ ਕਦੇ ਛੁਟਕਾਰਾ ਨਹੀਂ। ਮਨੁੱਖ ਸਗੋਂ ਇਹਨਾਂ ਕਾਮਨਾਵਾਂ ਦੇ ਵਿੱਚ, ਇਹਨਾਂ ਭਾਵਨਾਵਾਂ ਦੇ ਵਿੱਚ ਗ੍ਰਸਿਆ ਹੋਇਆ ਇਹ ਅੰਦਾਜ਼ਾ ਲਾਉਂਦਾ ਵੀ ਸ਼ਾਇਦ ਕਿਤੇ ਨਾ ਕਿਤੇ ਜੇ ਮੈਂ ਆਪਣੇ ਮਨ ਦੀਆਂ ਆਸਾਵਾਂ ਨੂੰ, ਮਨ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਾਂ ਤੇ ਮੇਰੀ ਜੀਵਨ ਵਿੱਚ ਮੈਨੂੰ, ਮੇਰੀ ਜ਼ਿੰਦਗੀ ਵਿੱਚ ਮੈਨੂੰ ਸਬਰ ਮਿਲ ਜਾਏ। ਪਰ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਸਮਝਾਉਂਦੇ ਨੇ, ਮਾਲਕ ਜੀ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਤੇ ਉਦੋਂ ਵੀ ਆਖਿਆ, ਮਾਲਕ ਜੀ ਨੇ ਜਪਜੀ ਵਿੱਚ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਹੁਣ ਮਨ ਹੈ, ਸਤਿਗੁਰੂ ਜੀ ਦੀ ਬਾਣੀ ਪੜੋ, ਮਾਲਕ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ ਹੈ। ਮਨ ਦੀਆਂ ਆਸਾਵਾਂ ਨੇ। ਇਸੇ ਕਰਕੇ ਸਾਹਿਬ ਜੀ ਨੇ ਜ਼ਿਕਰ ਕਰਦੇ, ਮਰਕਟ ਮੁਸਤੀ ਅਨਾਜ ਕੀ, ਮਨ ਬੌਰਾ ਰੇ, ਲੀਨੀ ਹਾਥ ਪਸਾਰ, ਮਨ ਬੌਰਾ ਰੇ, ਛੂਟਣ ਕੋ ਸਹਸਾ ਪਰਿਓ, ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਆਸਾਵਾਂ ਹੀ ਨੇ। ਸਤਿਗੁਰੂ ਕਹਿੰਦੇ, ਮਰਕਟ ਮੁਸ਼ਟੀ ਅਨਾਜ ਕੀ, ਇੱਕ ਮਰਕਟ ਦੇ ਹੱਥ ਵਿੱਚ ਅਨਾਜ ਦੀ ਮੁੱਠੀ ਹੈ, ਮਤਲਬ ਉਹਨੇ ਅਨਾਜ ਦੀ ਮੁੱਠੀ ਭਰੀ ਹੋਈ ਹੈ। ਮਨ ਬੌਰਾ ਰੇ, ਮਨ ਵੀ ਉਸ ਮਰਕਟ ਵਰਗਾ ਬਣ ਗਿਆ।
ਛੂਟਣ ਕੋ ਸਹਸਾ ਪਰਿਓ ਮਨ ਬਉਰਾਰੇ। ਹੁਣ ਛੱਡਣ ਨੂੰ ਚਿੱਤ ਕੋਈ ਨਹੀਂ ਕਰਦਾ। ਉਸ ਮੁਸ਼ਟੀ ਜਿਹੜੀ ਭਰੀ ਹੋਈ ਹੈ, ਉਹ ਮੁੱਠੀ ਜਿਹੜੀ ਅਨਾਜ ਨਾਲ ਭਰੀ ਹੋਈ ਹੈ, ਉਹਦੇ ਵਿੱਚੋਂ ਅਨਾਜ ਛੱਡਣ ਨੂੰ ਚਿੱਤ ਨਹੀਂ ਕਰਦਾ, ਛੱਡਿਆ ਨਹੀਂ। ਤੇ ਹੋਇਆ ਕੀ, ਜਿੰਨੇ ਉਹ ਸਾਰੇ ਦਾ ਸਾਰਾ ਖੇਡ ਰਚਿਆ ਹੋਇਆ ਸੀ, ਉਹ ਤੇ ਚਾਹੁੰਦਾ ਹੈ ਵੀ ਇਹ ਮੁਸ਼ਟੀ ਖੋਲੇ ਨਾ। ਉਹ ਤੇ ਚਾਹੁੰਦਾ ਹੈ ਕਿ ਇਹ ਆਪਣੀ ਮੁੱਠੀ ਅਨਾਜ ਨਾਲ ਭਰ ਕੇ ਰੱਖੇ, ਕਿਉਂਕਿ ਇਹਦੇ ਤੋਂ ਹੀ ਮੈਂ ਆਪਣਾ ਅਨਾਜ ਕਮਾਉਣਾ ਹੈ। ਉਹ ਤੇ ਚਾਹੁੰਦਾ ਹੈ ਔਰ ਉਹਦੀ ਇੱਛਾ ਹੈ ਵੀ ਇਹ ਮੁੱਠੀ ਭਰ ਕੇ ਰੱਖੇ, ਇਹਦੇ ਤੋਂ ਮੁੱਠੀ ਜਿਹੜੀ ਇਹਦੇ ਵਿੱਚੋਂ ਅਨਾਜ ਖੁੱਲ੍ਹਣ ਨਿਕਲਣਾ ਨਹੀਂ, ਇਹਦੇ ਹੱਥ ਇਸ ਕੁੱਜੇ ਦੇ ਵਿੱਚੋਂ ਬਾਹਰ ਨਹੀਂ ਆਉਣਾ। ਤੇ ਉਹ ਆ ਕੇ ਉਹਨੂੰ ਦਬੋਚ ਲੈਂਦਾ, ਫੜ ਲੈਂਦਾ। ਪਰ ਉੱਥੇ ਕੀਤਾ ਹੋਇਆ ਲਾਲਚ, ਉੱਥੇ ਕੀਤਾ ਹੋਇਆ ਲੋਭ ਸਾਰੀ ਜ਼ਿੰਦਗੀ ਲਈ ਘਰ ਘਰ ਅੱਗੇ ਨੱਚਣ ਲਾ ਦਿੰਦਾ। ਨਾਚਿਓ ਘਰ ਘਰ ਬਾਹਰ, ਕੱਲੇ ਕੱਲੇ ਬਾਹਰ ਤੇ ਕੱਲੇ ਕੱਲੇ ਘਰ ਦੇ ਬਾਹਰ ਨੱਚਣ ਲਾ ਦਿੰਦਾ। ਸਿਰਫ ਇੱਕ ਲਾਲਸਾਵਾਂ ਦਾ, ਇੱਛਾਵਾਂ ਦਾ ਜਿਹੜਾ ਕਰਮ ਹੈ। ਸਤਿਗੁਰੂ ਜੀ ਨੇ ਆਖਿਆ, ਮਾਲਕ ਕਹਿੰਦੇ ਇਸ ਲਈ ਮਨਾ ਤੂੰ ਕਿਤੇ ਆਪਣੀਆਂ ਆਸਾਵਾਂ ਨੂੰ ਆਪਣੇ ਕਾਬੂ ਵਿੱਚ ਰੱਖ, ਕਿਉਂਕਿ ਮਨ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਇੱਕ ਪੂਰੀ ਹੁੰਦੀ ਹੈ, ਦੂਜੀ ਨਾਲ ਖੜੋਤੀ ਹੈ। ਇੱਕ ਭਾਵਨਾ ਪੂਰੀ ਹੁੰਦੀ ਹੈ ਤੇ ਦੂਸਰੀ ਭਾਵਨਾਵਾਂ ਉਸ ਵਕਤ ਜਨਮ ਲੈ ਲੈਂਦੀ ਹੈ। ਇੱਕ ਆਸ ਪੂਰੀ ਹੋਈ, ਦੂਜੀ ਆਸ ਨੇ ਜਨਮ ਲੈ ਲਿਆ। ਇੱਕ ਆਸ ਪੂਰੀ ਹੋਈ, ਦੂਜੀ ਆਸ ਫਿਰ ਪੈਦਾ ਹੋ ਰਹੀ ਹੈ। ਕਦੇ ਵੀ ਜੇ ਅਸੀਂ ਆਪਣੇ ਜੀਵਨ ਅੰਦਰ ਜ਼ਿਕਰ ਕਰੀਏ ਤੇ ਆਪਣੀਆਂ ਜ਼ਿੰਦਗੀਆਂ ਵਿੱਚ ਇਸ ਚੀਜ਼ ਨੂੰ ਪਰਖ ਕੇ ਵੇਖੀਏ, ਤੇ ਮਾਲਕ ਜੀ ਨੇ ਪਾਵਨ ਬਾਣੀ ਵਿੱਚ ਜ਼ਿਕਰ ਕਰਦਿਆਂ ਸਾਨੂੰ ਸਮਝਾਇਆ ਕਿ ਮਨ ਦੀਆਂ ਆਸਾਵਾਂ ਦੀ ਹਾਲਤ ਐਸੀ ਹੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਜਿਵੇਂ ਅੱਗ ਕਦੇ ਬਾਲਣ ਨਾਲ ਰੱਜੀ ਨਹੀਂ, ਮਨ ਕਦੇ ਆਪਣੀਆਂ ਇੱਛਾਵਾਂ ਨਾਲ ਰੱਜਿਆ ਨਹੀਂ, ਮਨ ਕਦੇ ਆਪਣੀਆਂ ਭਾਵਨਾਵਾਂ ਨਾਲ ਰੱਜਿਆ ਨਹੀਂ, ਮਨ ਨੂੰ ਕਦੇ ਵੀ ਸਕੂਨ ਨਹੀਂ ਮਿਲਿਆ, ਇੱਛਾਵਾਂ ਜਿੰਨੀਆਂ ਮਰਜ਼ੀ ਪੂਰੀਆਂ ਕਰਦੇ ਰਹੀਏ। ਸਗੋਂ ਸਤਿਗੁਰੂ ਜੀ ਬਾਣੀ ਦੇ ਅੰਦਰ ਮਨ ਨੂੰ ਸਮਝਾਉਂਦੇ ਆ, ਇਹ ਕਹਿੰਦੇ ਨੇ ਕਿ ਮਨਾ ਤੂੰ ਇੱਛਾਵਾਂ ਮਗਰ ਨਾ ਦੌੜ, ਤੂੰ ਆਪਣੀਆਂ ਕਾਮਨਾਵਾਂ ਮਗਰ ਨਾ ਦੌੜ, ਆਪਣੀਆਂ ਕਾਮਨਾਵਾਂ ਨੂੰ ਛੱਡ ਕੇ ਕਿਤੇ ਗੁਰੂ ਦੇ ਪੱਲੇ ਨੂੰ ਫੜ ਲਾ। ਜਿੱਦਣ ਗੁਰੂ ਦਾ ਪੱਲਾ ਫੜੇਗਾ ਤੇਰੀਆਂ ਕਾਮਨਾਵਾਂ ਕਾਬੂ ਵਿੱਚ ਆ ਜਾਣਗੀਆਂ। ਔਰ ਚੇਤੇ ਰੱਖਿਓ, ਮਨ ਦੀਆਂ ਕਾਮਨਾਵਾਂ ਅਸੀਂ ਕਦੇ ਪੂਰੀਆਂ ਨਹੀਂ ਕਰ ਸਕਦੇ, ਕਦੇ ਵੀ ਨਹੀਂ ਕਰ ਸਕਦੇ। ਚਾਹੇ ਸਾਡੇ ਕੋਲ ਹਜ਼ਾਰਾਂ ਨੇ, ਚਾਹੇ ਲੱਖਾਂ ਨੇ, ਤੇ ਭਾਵੇਂ ਕਰੋੜਾਂ ਨੇ, ਤੇ ਭਾਵੇਂ ਅਰਬਾਂ ਹੀ ਕਿਉਂ ਨਾ ਹੋਣ, ਪਰ ਅਸੀਂ ਆਪਣੇ ਮਨ ਦੀਆਂ ਕਾਮਨਾਵਾਂ ਨੂੰ ਕਦੇ ਪੂਰੀਆਂ ਨਹੀਂ ਕਰ ਸਕਦੇ ਜੇ ਕਾਮਨਾਵਾਂ ਦੇ ਅਧੀਨ ਹੋ ਕੇ ਚੱਲਾਂਗੇ। ਕਿਉਂਕਿ ਕਾਮਨਾਵਾਂ ਦੇ ਅਧੀਨ ਹੋ ਕੇ ਚੱਲਣ ਵਾਲਾ ਜੇ ਅੱਜ ਅਰਬਾਂ ਦਾ ਮਾਲਕ ਵੀ ਹੈ ਤੇ ਉਹਦੇ ਕੋਲ ਵੀ ਸਬਰ ਨਹੀਂ, ਉਹਦੇ ਕੋਲ ਵੀ ਟਿਕਾ ਨਹੀਂ, ਉਹਦੇ ਕੋਲ ਵੀ ਸਕੂਨ ਨਹੀਂ ਹੈ। ਉਹ ਦੂਜਿਆਂ ਦੇ ਹੱਥਾਂ 'ਚੋਂ ਵੀ ਖੋਹਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਕੋਲੋਂ ਵੀ ਸਾਰਾ ਖੋਹ ਹੀ ਲਵਾਂ। ਕਿੱਥੇ ਹੈ ਸਬਰ? ਇੱਛਾਵਾਂ ਦੀ ਪੂਰਤੀ ਕਿੱਥੇ ਹੈ? ਹੋ ਸਕਦਾ ਹੈ ਕਿ ਇੱਕ ਗਰੀਬ ਜਿਹੜਾ ਆਪਣੇ ਸਰੀਰ ਉੱਤੇ ਗਲੀਆਂ ਗੋਦੜੀਆਂ ਪਾਉਣ ਵਾਲਾ, ਆਪਣੀ ਕਾਇਆ ਦੇ ਉੱਤੇ ਚੰਗੇ ਵਸਤਰ ਪਾਉਣ ਦੀ ਬਜਾਏ ਮੈਲੇ ਤੇ ਕੁਚੈਲੇ ਵਸਤਰ ਧਾਰਨ ਕਰਨ ਵਾਲਾ, ਉਹ ਸ਼ਖਸ ਜਿਹੜਾ ਇੱਕ ਵਕਤ ਦੇ ਭੋਜਨ ਲਈ ਵੀ ਮਿਹਨਤ ਤੇ ਮਸ਼ੱਕਤ ਪਿਆ ਕਰਦਾ ਵੀ ਘਰ ਵਿੱਚ ਭੋਜਨ ਤਾਂ ਬਣੇਗਾ ਜੇ ਮਸ਼ੱਕਤ ਕਰਾਂਗਾ, ਮਿਹਨਤ ਕਰਾਂਗਾ, ਉਹ ਜਿਹੜਾ ਸ਼ਖਸ ਹੈ, ਉਹ ਜਿਹੜਾ ਜੀਵ ਹੈ, ਹੋ ਸਕਦਾ ਉਸ ਦੇ ਨਾਲੋਂ ਕਿਤੇ ਸਕੂਨ ਵਿੱਚ ਹੋਵੇ, ਉਸ ਦੇ ਨਾਲੋਂ ਕਿਤੇ ਸੁੱਖ ਵਿੱਚ ਹੋਵੇ ਜਿਹੜਾ ਅਰਬਾਂ ਦਾ ਮਾਲਕ ਹੈ। ਕਿਉਂਕਿ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਨੇ ਕਿ ਭਾਈ ਦੋਵੇਂ ਹਾਲਾਤਾਂ ਦੇ ਅੰਦਰ ਜੇ ਬਹੁਤਾ ਹੈ ਤਾਂ ਵੀ, ਜੇ ਥੋੜਾ ਹੈ ਤੇ ਤਾਂ ਵੀ, ਕਦੇ ਵੀ ਜੀਵਨ ਵਿੱਚ ਸਬਰ ਨਹੀਂ। ਪਰ ਹਾਂ, ਜੇ ਕਿਤੇ ਥੋੜਾ ਹੁੰਦਿਆਂ ਰੱਬ ਜੀ ਰਹਿਮਤ ਕਰ ਦੇਣ ਤੇ ਸਬਰ ਆ ਜਾਏ, ਜਾਂ ਬਹੁਤਾ ਹੁੰਦਿਆਂ ਰੱਬ ਜੀ ਰਹਿਮਤ ਕਰ ਦੇਣ ਤੇ ਸਬਰ ਆ ਜਾਏ, ਫਿਰ ਤੇ ਜੀਵ ਆਪਣੀ ਜ਼ਿੰਦਗੀ ਨੂੰ ਸੁਖਾਲੇ ਢੰਗ ਨਾਲ ਬਤੀਤ ਕਰ ਲੈਂਦਾ। ਪਰ ਜੇ ਬਹੁਤਾ ਹੁੰਦਿਆਂ ਸਬਰ ਨਾ ਆਇਆ,
फिर भी जीवन विच प्रसन्नता नहीं, थोड़ा हुंदियां भी सबर ना आया, संतोख ना आया, फिर भी जीवन अंदर कदे खुशी ते प्रसन्नता नहीं। जे इन्हां तो मुक्त होवांगे ते किते जाके जीव प्रसन्नता भरिया जीवन जिउंदा है। इसे करके साहिब बाणी च कहिंदे, जिस ग्रह बहुत तिसै गृह चिंता, जिस गृह थोरी सो फिरै प्रमंता, दोहूं व्यवस्था तेजो मुक्ता, सोई सोहेला भालीऐ। दोवां पासियां तो मुक्त होने वाला ही सोहेला है, खुशहाल है, प्रसन्नता भरे जीवन का मालिक है। मन दियां आसावां नहीं पूरियां होणगियां, असीं जिन्ना मर्जी यतन करिए। जिद्दण मन दियां इच्छावां नूं काबू विच कर लांगे, उदण कह सकते हैं भी असीं सैटिस्फाई हाँ, अज संतुष्ट हाँ, क्योंकि अज मन की कोई इच्छा नहीं है। ते मन की इच्छा हमेशा उस हिसाब नाल पैदा हुंदी है जिस हिसाब की सोसाइटी दे अंदर या जिस हिसाब दे अपने चौगिरदे दे अंदर इंसान विचरदा, ते जिद्दां दा अपने घर दे हालात ने, उन्हां हालातां दे मुताबक मन दीयां इच्छावां पैदा हुंदियां, कदे मरियां नहीं। जिन्हां कोल थोड़ा उन्हां दीयां मन दीयां इच्छावां छोटियां, जिन्हां कोल बहुत है वो इच्छावां वड्डियां। मुक्ति ते किते भी नहीं है ना। इसे करके सतगुरु जी आखदे, वड्डे वड्डे जो दिसै लोग, तिनको व्यापै चिंता रोग, कौन वड्डा माया वड्याई सो वड्डा, जिन राम लिव लाई, भूमिया भूम ऊपर नित लूजै, छोड़ चलै तृष्णा नहीं बूझै, कि है सबर। सारी जिंदगी हों घालो हों साधों बैर, हमरी भूम कौन घालै पैर। आही कुछ कीता, सारी जिंदगी आ कुछ कीता। ते की मन दियां इच्छावां काबू विच आ गईयां, या मन रज गया होवे ते मन ने कहता होवे भी अज संतुष्ट हैं जी, अज तो बाद किसी चीज़ की जरूरत नहीं है, अज तो बाद किसी वस्तु की लोड़ नहीं है। मन ने कदे भी ये गल नहीं आखी, क्योंकि मन नहीं रजिया। असीं शरीर रजाउण की कोशिश कर रहे हैं, काया नूं रजाउण की कोशिश कर रहे हैं भी आ भी सुख मिल जे, आ भी सुख मिल जे, सारियां सुख वालियां वस्तुआं साडे कोल होण। ये तो काया दा रज है, शरीर दा रज है। और शरीर दीयां लोड़ां बदलणगीयां हालातां ते समय मुताबक। ते जे असीं शरीरक लोड़ां नूं ही अपने मन दीयां इच्छावां समझी बैठे हैं ना, ते साडी जिंदगी विच सब तो वड्डी मूर्खता ही असीं कर रहे हैं कि असीं अपनियां शरीरक लोड़ां नूं अपनी मन दीयां इच्छावां समझी बैठे हैं भी मन ये इच्छा रख रहा, वो तो शरीरक लोड़ है। ते शरीरक लोड़ समय मुताबक हालातां दे मुताबक बदलेगी, ते शरीरक लोड़ नूं अपनी मर्जी दे अनुसार ही रखिया जा सकता है, ना कि अपनी मर्जी के खिलाफ जाके असीं शरीरक लोड़ां पूरियां करिए। जिवें अक्सर आप जी दे अगे एक बेनती करी दी है कि शरीरक लोड़ है पेट की पूर्ति, तो पेट की पूर्ति दाल प्रशादा छक के भी हो जानी है। जरूरी नहीं है कि 36 प्रकार के भोजन मिलणगे तो पेट ने भरना, नहीं, दाल प्रशादा छक के भी हो जानी। शरीर की लोड़ है, काया की जरूरत है तन का नंगेज ढकना, और उहदे वास्ते वस्त्रां नूं लैके वस्त्र धारण करके तन का नंगेज असीं ढक सकते हैं। वो एक सस्ता वस्त्र लैके कपड़ा लैके भी तन का नंगेज ढकिया जा सकता है। जरूरी नहीं है कि लाखां रुपए खर्च के पोशाक बनावांगे तो तन का नंगेज ढकिया जाएगा, ये तो जरूरी नहीं है। एक लोड़ है, और एक असीं शरीरक लोड़ नूं अपने मन की इच्छा बना लई भी लोग आखण इन्हें वस्त्र बहुत सुंदर पाए ने, लोग कहण इन्हां दे घर विचला भोजन ते राजियां महाराजियां वर्गा है, लोग आखण इन्हां दा रहन सहन बादशाहां वर्गा है। बस इत्थे क आके जदों इंसान खड़ोंदा ना, उदों कदे जिंदगी च सबर नहीं है, लोड़ ते तब्दील हो जानी।
ਬਦਲ ਜਾਏਗੀ। ਤੇ ਸਤਿਗੁਰੂ ਜੀ ਨੇ ਅੱਜ ਆਖਿਆ, ਕਹਿੰਦੇ ਮਨਾ ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਹੁਣ ਜਿਹੜਾ ਮਨ ਦਿਨ ਰਾਤ ਆਸਾਵਾਂ ਵਿੱਚ ਲੱਗਿਆ ਨਾ, ਸਤਿਗੁਰੂ ਕਹਿੰਦੇ ਆਸਾਵਾਂ ਮੁੱਕਣਗੀਆਂ ਕਿਵੇਂ? ਸਤਿਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ। ਗੁਰੂ ਨੂੰ ਸੇਵ, ਸੇਵਨ ਤੋਂ ਭਾਵ ਚਿੰਤਨ ਕਰਨਾ, ਯਾਦ ਕਰਨਾ। ਗੁਰੂ ਦਾ ਚਿੰਤਨ ਕਰ, ਗੁਰੂ ਨੂੰ ਸੇਵ। ਇਹਦੇ ਨਾਲ ਕੀ ਹੋਏਗਾ? ਮੋਹ ਪਰ ਜਲੈ। ਤੇਰੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕਾਮਨਾਵਾਂ ਨੇ ਨਾ, ਇਹ ਪਰ ਜਲੈ, ਪਰਾਂ ਕਰਦੇ ਜਾਂ ਸਾਰੀਆਂ ਦੀਆਂ ਸਾਰੀਆਂ ਕਾਮਨਾਵਾਂ ਪਰ ਜਲੈ, ਪਰਾਂ ਕਰਕੇ ਪਰਾਂ ਸਾੜ ਦੇ, ਸਾਰੀਆਂ ਸੜ ਜਾਣਗੀਆਂ। ਘਰ ਹੀ ਮਾਹੇ ਉਦਾਸਾ। ਫਿਰ ਗ੍ਰਸਥ ਵਿੱਚ ਰਹਿੰਦਾ ਹੋਇਆ ਉਦਾਸ ਹੈ। ਕਿਉਂਕਿ ਅੱਜ ਕੇਵਲ ਇਹ ਨਹੀਂ ਵੀ ਮਨ ਦੀਆਂ ਆਸਾਵਾਂ ਦੀ ਬਾਤ ਕੀਤੀ, ਸਤਿਗੁਰੂ ਜੀ ਨੇ ਨਾਲ ਬੈਰਾਗੀ ਦੀ ਗੱਲ ਵੀ ਕੀਤੀ ਵੀ ਅਸਲ ਵਿੱਚ ਬੈਰਾਗੀ ਕੌਣ ਹੈ, ਅਸਲ ਦੇ ਵਿੱਚ ਉਦਾਸੀ ਕੌਣ ਹੈ, ਅਸਲ ਦੇ ਵਿੱਚ ਉਦਾਸ ਕਿਹਨਾਂ ਧਾਰਨ ਕੀਤਾ ਹੈ, ਜਾਂ ਅਸਲ ਦੇ ਅੰਦਰ ਬੈਰਾਗ ਕਿਹੜੇ ਧਾਰਨ ਕਰ ਰਹੇ ਨੇ, ਉਹਨਾਂ ਦੀ ਵੀ ਬਾਤ ਸਤਿਗੁਰੂ ਕਰ ਰਹੇ ਵੀ ਗੁਰਮਤ ਅਨੁਸਾਰ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਬੈਰਾਗ ਕਿਹੜਾ ਹੈ। ਉਹ ਬੈਰਾਗ ਨਹੀਂ ਹੈ ਵੀ ਸਰੀਰ ਉੱਤੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਉਹ ਕਰਮ ਨਹੀਂ। ਉਹਨੂੰ ਕਦੇ ਸਤਿਗੁਰੂ ਜੀ ਨੇ ਵੈਰਾਗ ਨਹੀਂ ਕਿਹਾ। ਉਹ ਤੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਉਹ ਤੇ ਆਪਣੀਆਂ ਵਿਪਤਾਵਾਂ ਕਰਕੇ, ਆਪਣੀਆਂ ਮੁਸ਼ਕਲਾਂ ਕਰਕੇ ਆਪਣੇ ਘਰੋਂ ਨੱਸ ਰਿਹਾ, ਦੌੜ ਰਿਹਾ, ਵੈਰਾਗ ਥੋੜੀ ਧਾਰਨ ਕਰ ਰਿਹਾ। ਹੁਣ ਉਹਨੇ ਕੀ ਵੇਖਿਆ ਵੀ ਘਰ ਦੀਆਂ ਚਿੰਤਾਵਾਂ, ਜਿਵੇਂ ਅੱਜ ਦੇ ਸਮੇਂ ਵਿੱਚ ਹੁਣ ਆਪਾਂ ਵੇਖ ਲਈਏ, ਅੱਜ ਦੇ ਹਾਲਾਤਾਂ ਦੇ ਮੁਤਾਬਕ ਜਿਸ ਹਿਸਾਬ ਦੇ ਨਾਲ ਦਿਨ ਪ੍ਰਤੀ ਦਿਨ ਮਨੁੱਖ ਦੀਆਂ ਜਿਹੜੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਹਨਾਂ ਨੂੰ ਪੂਰੀਆਂ ਕਰਨਾ ਵੀ ਮਨੁੱਖ ਵਾਸਤੇ ਮੁਸ਼ਕਲ ਹੋ ਰਿਹਾ ਦਿਨ ਬਾ ਦਿਨ। ਤੇ ਹੁਣ ਜੇ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੁਖੀ ਹੋਇਆ, ਚਿੰਤਾ ਵਿੱਚ ਫਸਿਆ ਹੋਇਆ, ਘਰ ਛੱਡ ਕੇ ਚਲਾ ਜਾਏ ਵੀ ਆਪਣੇ ਤੋਂ ਇਹ ਕੰਮ ਨਹੀਂ ਹੋਣਾ, ਆਪਣੇ ਤੋਂ ਆਪਣੇ ਘਰ ਦੀਆਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਹੋਣੀਆਂ, ਉਹ ਛੱਡ ਕੇ ਪਰਿਵਾਰ ਘਰ ਚਲਾ ਜਾਏ, ਤੇ ਅਸੀਂ ਕੀ ਆਖਾਂਗੇ ਵੀ ਉਦਾਸੀ ਬਣ ਗਿਆ। ਕਿਉਂਕਿ ਅੱਜ ਦੇ ਹਾਲਾਤ ਤੇ ਐਸੇ ਨੇ ਨਾ, ਮਹਿੰਗਾਈ ਦਿਨ ਬਾ ਦਿਨ ਵਧੀ ਜਾਂਦੀ, ਇਨਕਮ ਸੋਰਸ ਉਹੀ ਹੈ ਜੋ ਪਹਿਲਾਂ ਸੀ, ਦਿਨ ਬਾ ਦਿਨ ਜੋ ਖਰਚੇ ਨੇ ਉਹਨਾਂ ਵਿੱਚ ਵਾਧਾ ਹੋ ਰਿਹਾ। ਹੁਣ ਇਨਕਮ ਓਨੀ ਕੀ ਹੈ ਜਿੰਨੀ ਕੁ ਸੀ, ਖਰਚੇ ਵਧੀ ਜਾ ਰਹੇ ਨੇ। ਤੇ ਜੇ ਇਨਸਾਨ ਹੁਣ ਆਖੇ ਵੀ ਮੈਂ ਉਸੇ ਇਨਕਮ ਤੇ ਆਪਣੇ ਖਰਚੇ ਪੂਰੇ ਕਰ ਲਾਂ, ਨਹੀਂ ਹੋਣੇ। ਫਿਰ ਹੁਣ ਉਹ ਆਪਣੇ ਖਰਚਿਆਂ ਤੋਂ ਬਚਣ ਲਈ ਆਪਣਾ ਘਰ ਛੱਡ ਕੇ ਚਲਾ ਜਾਏ, ਤੇ ਅਸੀਂ ਕੀ ਆਖਾਂ? ਉਦਾਸੀ ਬਣ ਗਿਆ? ਕਦੇ ਵੀ ਨਹੀਂ। ਸਤਿਗੁਰੂ ਜੀ ਨੇ ਤੇ ਪਹਿਲੋਂ ਹੀ ਇਹ ਸਾਰੀਆਂ ਬਾਤਾਂ ਕੀਤੀਆਂ। ਮੱਲ ਕਹਿੰਦੇ ਉਹ ਤੇ ਹਾਲਾਤ ਆਪਦਾ ਕਾ ਮਾਰਿਆ ਗਰੇ ਤੇ ਨਸਤਾ, ਉਹ ਤੇ ਮੁਸ਼ਕਲ ਦਾ ਮਾਰਿਆ ਹੋਇਆ, ਚਿੰਤਾਵਾਂ ਵਿੱਚ ਫਸਿਆ ਹੋਇਆ, ਆਪਣੇ ਘਰੋਂ ਦੌੜ ਰਿਹਾ, ਉਦਾਸੀ ਨਹੀਂ ਬਣ ਰਿਹਾ, ਵੈਰਾਗੀ ਨਹੀਂ ਬਣ ਰਿਹਾ। ਬਣਤਾ ਛੋੜ ਬਦ ਨਦਰ ਪਰ ਨਾਰੀ, ਵਿਪਤਾਵਾਂ ਚਿੰਤਾਵਾਂ ਹੀ ਨੇ ਨਾ, ਆਪਣਾ ਪਰਿਵਾਰ ਛੱਡ ਕੇ ਦੌੜ ਗਿਆ। ਸਤਿਗੁਰੂ ਕਹਿੰਦੇ ਤੂੰ ਹੁਣ ਕੀ ਕਰ? ਸਤਿਗੁਰ ਸੇਵ ਮੋਹ ਪਰ ਜਲੈ। ਗੁਰੂ ਨੂੰ ਸੇਵ, ਉਹਦੇ ਨਾਲ ਕੀ ਹੋਏਗਾ? ਮੋਹ ਛੱਡ ਜਾਏਗਾ, ਜਾਂ ਇਉਂ ਕਹਿ ਲਈਏ ਕਾਮਨਾਵਾਂ ਇੱਛਾਵਾਂ ਜਿਹੜੀਆਂ ਉਹ ਛੱਡ ਜਾਣਗੀਆਂ, ਸਾਰੀਆਂ ਦੀਆਂ ਸਾਰੀਆਂ ਕਾਮਨਾਵਾਂ ਕਾਬੂ ਵਿੱਚ ਆ ਜਾਣਗੀਆਂ। ਕਿਉਂਕਿ ਸਬਰ ਤੇ ਉਦਣ ਹੀ ਆਉਣਾ ਜ਼ਿੰਦਗੀ ਵਿੱਚ ਜਿੱਦਣ ਗੁਰੂ ਨੇ ਸਬਰ ਦੇ ਦੇਣਾ। ਉਦੋਂ ਬਿਨਾ ਅਸੀਂ ਜੋ ਮਰਜ਼ੀ ਖੱਟ ਲਈਏ, ਜੋ ਮਰਜ਼ੀ ਕਮਾ ਲਈਏ, ਕਦੇ ਜ਼ਿੰਦਗੀ 'ਚ ਸਬਰ ਨਹੀਂ ਆਏਗਾ। ਇਸੇ ਕਰਕੇ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਬੁਝੇਗੀ ਤੇ ਉਦਣ ਜਿੱਦਣ ਉਹ ਆਪ ਬੁਝਾਏਗਾ। ਮਨ ਤੇ ਕਾਬੂ 'ਚ ਉਦਣ ਆਏਗਾ ਜੇ ਉਹ ਆਪ ਕਾਬੂ ਵਿੱਚ ਕਰਵਾਏਗਾ। ਤੇ ਸਾਹਿਬ ਕਹਿੰਦੇ ਇਸ ਲਈ ਗੁਰੂ ਨੂੰ ਸੇਵ ਕੇ ਆਪਣੇ ਮੋਹ ਨੂੰ ਸਾੜ ਦੇ। ਜਦੋਂ ਮੋਹ ਸੜ ਜਾਏਗਾ ਫਿਰ ਕੀ ਹੋਏਗਾ? ਘਰ ਹੀ ਮਾਹੇ ਉਦਾਸਾ। ਫਿਰ ਤੂੰ ਆਪਣੇ ਗ੍ਰਸਥ ਜੀਵਨ ਵਿੱਚ ਰਹਿੰਦਾ ਹੋਇਆ ਹੀ
ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਹੀ ਉਦਾਸੀ ਵਰਗਾ ਬਣ ਜਾਏਗਾ। ਘਰ ਦੇ ਵਿੱਚ ਹੀ ਉਦਾਸ ਮਤਲਬ ਬੈਰਾਗ ਧਾਰਨ ਕਰ ਲਵੇਂਗਾ। ਮਨ ਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨੈ ਸਦਾ ਦੁਖ, ਹਰ ਦਰਗਹ ਪਤ ਖੋਏ। ਹਉ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਸਤਿਗੁਰੂ ਜੀ ਨੇ ਹੁਣ ਸਪਸ਼ਟ ਕੀਤਾ ਕਿ ਉਦਾਸ ਕਿਉਂ ਨਹੀਂ ਹੁੰਦਾ ਜਾਂ ਬੈਰਾਗੀ ਕਿਉਂ ਨਹੀਂ ਬਣ ਹੁੰਦਾ, ਵੈਰਾਗੀ ਕਿਵੇਂ ਬਣਿਆ ਜਾਏਗਾ, ਉਦਾਸੀ ਕਿਵੇਂ ਬਣਿਆ ਜਾਏਗਾ। ਸਭ ਤੋਂ ਪਹਿਲੋਂ ਸਾਹਿਬ ਕਹਿੰਦੇ ਮਨ ਮੁਖ, ਮਨ ਪਿੱਛੇ ਲੱਗ ਕੇ ਚੱਲਣ ਵਾਲਾ। ਮੋਹ ਵਿਆਪਿਆ, ਮੋਹ ਵਿੱਚ ਫਸਿਆ ਹੋਇਆ, ਮਨ ਪਿੱਛੇ ਲੱਗ ਕੇ ਚੱਲਣ ਵਾਲੇ ਨੂੰ ਮੋਹ ਨੇ ਘੇਰਿਆ ਹੋਇਆ ਹੈ, ਉਹ ਮੋਹ ਵਿੱਚ ਫਸਿਆ ਹੋਇਆ ਹੈ। ਬੈਰਾਗ ਉਦਾਸੀ ਨਾ ਹੋਏ, ਇਸ ਕਰਕੇ ਨਾ ਹੀ ਉਹਦੇ ਕੋਲ ਬੈਰਾਗ ਹੈ ਤੇ ਨਾ ਹੀ ਉਹਦੇ ਕੋਲ ਉਪਰਾਮਤਾ। ਉਦਾਸੀ ਤੋਂ ਭਾਵ ਉਪਰਾਮਤਾ, ਵੀ ਨਾ ਤੇ ਉਹਦੇ ਕੋਲ ਬੈਰਾਗ ਹੈ। ਹੁਣ ਬੈਰਾਗ ਦਾ ਅਰਥ ਅਸੀਂ ਇਹ ਕਹਿ ਸਕਦੇ ਹਾਂ ਵੀ ਪ੍ਰਭੂ ਜੀ ਦੇ ਪ੍ਰਤੀ ਪ੍ਰੇਮ, ਪ੍ਰਭੂ ਜੀ ਦੇ ਪ੍ਰਤੀ ਪਿਆਰ। ਜਿਹੜਾ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਹੈ ਉਹ ਤੇ ਸੰਸਾਰਕ ਮੋਹ ਵਿੱਚ ਫਸਿਆ ਹੋਇਆ ਹੈ, ਮੋਹ ਵਿਆਪਿਆ। ਹੁਣ ਮੋਹ ਵਿਆਪੇ ਹੋਣ ਕਰਕੇ ਉਹਦੇ ਕੋਲ ਕੀ ਹੈ? ਉਪਰਾਮਤਾ ਨਹੀਂ, ਉਹ ਤੇ ਫਸਿਆ ਬੈਠਾ, ਗਲਤਾਨ ਹੋਇਆ ਬੈਠਾ। ਉਪਰਾਮਤਾ ਤੇ ਉਹਦੇ ਕੋਲ ਹੀ ਹੈ ਨਾ ਜਿਹੜਾ ਗਲਤਾਨ ਨੂੰ ਛੱਡ ਚੁੱਕਿਆ, ਜਿਹੜਾ ਗਾਫਲਤਾ ਨੂੰ ਛੱਡ ਚੁੱਕਿਆ, ਜਿਹਨੇ ਗਲਤਾਨਤਾ ਨੂੰ ਤਿਆਗ ਦਿੱਤਾ, ਗਾਫਲਤਾ ਨੂੰ ਤਿਆਗ ਦਿੱਤਾ। ਉਪਰਾਮ ਤੇ ਉਹੀ ਹੈ, ਪਰ ਜਿਹੜਾ ਗਾਫਲ ਹੋਇਆ ਬੈਠਾ ਜਾਂ ਗਲਤਾਨ ਹੋਇਆ ਬੈਠਾ ਉਹ ਬੈਰਾਗ ਕਿੱਥੋਂ ਧਾਰਨ ਕਰੇਗਾ? ਤੇ ਨਾਲ ਸਾਹਿਬ ਕਹਿੰਦੇ ਉਹਦੇ ਕੋਲ ਉਦਾਸੀ ਉਪਰਾਮਤਾ ਨਹੀਂ। ਤੇ ਹੁਣ ਜਿਹਦੇ ਕੋਲ ਉਪਰਾਮਤਾ ਨਹੀਂ ਹੈ ਸੰਸਾਰਕ ਵਸਤੂਆਂ ਦੇ ਪ੍ਰਤੀ, ਸੰਸਾਰਕ ਵਸਤੂਆਂ ਤੋਂ ਉਪਰਾਮਤਾ ਨਹੀਂ ਹੈ, ਤੇ ਉਹ ਜੀਵ ਰੱਬ ਜੀ ਦੇ ਨਾਲ ਪ੍ਰੇਮ ਕਿਹੜੇ ਵਕਤ ਲਾਏਗਾ? ਇਸੇ ਕਰਕੇ ਸਤਿਗੁਰੂ ਜੀ ਪਹਿਲਾਂ ਦੱਸਦੇ ਮਨ ਕਿੱਥੇ ਕਿੱਥੇ ਗਲਤਾਨ ਹੋਇਆ ਬੈਠਾ। ਰਸ ਸੋਏ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੈ ਘਟ ਨਾਮ ਨਿਵਾਸ। ਇਹ ਸਾਰੇ ਦੇ ਸਾਰੇ ਰਸ ਹੁਣ ਕਾਹਦੇ ਨੇ? ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਹੁਣ ਜਿਹੜਾ ਇਹਨਾਂ ਵਿੱਚ ਗਲਤਾਨ ਹੈ ਉਹ ਉਦਾਸੀ ਕਿੱਥੋਂ ਹੋਏਗਾ? ਸਤਿਗੁਰੂ ਕਹਿੰਦੇ ਮਨ ਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਨਾ ਤੇ ਰੱਬ ਪ੍ਰਤੀ ਪਿਆਰ ਹੈ, ਬੈਰਾਗ ਹੈ, ਔਰ ਨਾ ਹੀ ਸੰਸਾਰਕ ਪਦਾਰਥਾਂ ਤੋਂ ਉਪਰਾਮਤਾ ਹੈ, ਕਿਉਂਕਿ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਮੋਹ ਵਿੱਚ ਫਸਿਆ ਬੈਠਾ ਹੈ। ਫਿਰ ਸਾਹਿਬ ਕਹਿੰਦੇ ਹੁਣ ਉਹਦੀ ਹਾਲਤ ਕੀ ਬਣਦੀ? ਸ਼ਬਦ ਨਾ ਚੀਨੈ, ਚੀਨੈ ਮਤਲਬ ਪਹਿਚਾਨਣਾ, ਸਮਝਣਾ। ਸ਼ਬਦ ਨਾ ਚੀਨੈ, ਸ਼ਬਦ ਨੂੰ ਸਮਝਿਆ ਨਹੀਂ। ਸਦਾ ਦੁੱਖ, ਹੁਣ ਕੀ ਹੈ? ਸ਼ਬਦ ਨੂੰ ਸਮਝੇ ਬਿਨਾ ਹਰ ਵਕਤ ਦੁੱਖ। ਹਰ ਦਰਗਾਹ ਪਤ ਖੋਏ, ਹੁਣ ਕੀ ਕਰ ਲਿਆ? ਰੱਬ ਦੇ ਦਰ ਤੇ ਆਪਣੀ ਪੱਤ ਗਵਾ ਲਈ। ਬਾਤ ਮਨ ਨੂੰ ਸਮਝਾਉਣ ਦੀ ਹੈ। ਇਸੇ ਕਰਕੇ ਨਾ ਬਾਬਾ ਕਬੀਰ ਜੀ ਨੇ ਇੱਕ ਬੜਾ ਪਿਆਰਾ ਸ਼ਲੋਕ ਬਖਸ਼ਿਸ਼ ਕੀਤਾ। ਕਹਿੰਦੇ ਮਨੁੱਖ ਨਾ ਆਪਣੀ ਕਾਇਆ ਨੂੰ ਤਕਲੀਫ ਦੇਈ ਜਾਂਦਾ ਹੈ, ਸਰੀਰ ਨੂੰ ਤਕਲੀਫ ਦੇਈ ਜਾਂਦਾ ਹੈ, ਪਰ ਮਨੁੱਖ ਨੇ ਕਦੇ ਇਹ ਨਹੀਂ ਸੋਚਿਆ ਵੀ ਕਾਇਆ ਦੀ ਤਾਂ ਕੋਈ ਗਲਤੀ ਹੈ ਹੀ ਨਹੀਂ, ਕਾਇਆ ਦਾ ਤੇ ਕੋਈ ਦੋਸ਼ ਹੈ ਹੀ ਨਹੀਂ।
ਕਰਵਾ ਤੇ ਸਭ ਕੁਝ ਮਨ ਰਿਹਾ, ਕਾਇਆ ਥੋੜੀ ਕਰਵਾ ਰਹੀ ਹੈ, ਮਨ ਕਰਵਾ ਰਿਹਾ ਤੇ ਕਾਇਆ ਕਰ ਰਹੀ ਹੈ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਮਨ ਕੀਆ, ਮੁੰਡਾ ਮੂੰਡ ਅਜਾਏ। ਜੋ ਕੁਛ ਕਰ ਰਿਹਾ ਸਿਰਫ ਮਨ ਹੈ। ਕਾਇਆ ਨੂੰ ਤੇ ਐਵੇਂ ਤਕਲੀਫ ਦੇਣੀ, ਕਾਇਆ ਨੂੰ ਤੇ ਕੇਵਲ ਐਵੇਂ ਦੁੱਖ ਹੀ ਦਿੱਤਾ ਜਾ ਰਿਹਾ ਨਾ। ਔਰ ਇਨਸਾਨ ਸ਼ਾਇਦ ਇਹਦੇ ਮਨ ਵਿੱਚ ਇਹੋ ਇੱਕ ਭਰਮ ਹੈ ਕਿ ਕਾਇਆ ਨੂੰ ਭੁੱਖੇ ਰੱਖ ਲਾਂਗੇ ਮਨ ਨੂੰ ਸਬਰ ਆ ਜਾਏਗਾ, ਕਾਇਆ ਨੂੰ ਨੰਗੇਜ ਵਿੱਚ ਰੱਖ ਲਾਂਗੇ ਮਨ ਨੂੰ ਸਬਰ ਆ। ਕਾਇਆ ਦੇ ਨੰਗੇਜ ਨਾਲ ਮਨ ਨੂੰ ਸਬਰ ਨਹੀਂ ਹੈ, ਕਾਇਆ ਦੇ ਨੰਗੇਜ ਨਾਲ ਮਨ ਕਾਬੂ ਵਿੱਚ ਨਹੀਂ ਹੈ। ਕਾਇਆ ਨੂੰ ਅਸੀਂ ਜਿੰਨਾ ਮਰਜੀ ਦੁੱਖ, ਇਸੇ ਕਰਕੇ ਸਾਹਿਬ ਬਾਣੀ 'ਚ ਸਮਝਾਉਂਦੇ ਹਾਂ, ਤਨ ਨਤ ਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਸਿਰ ਤੇ ਪੈਰ ਦਾ ਕੀ ਕਸੂਰ ਹੈ, ਤੇ ਤੇਰੇ ਤਨ ਦਾ ਕਸੂਰ ਕੀ ਹੈ, ਤੇਰੀ ਕਾਇਆ ਦਾ ਜਿਹੜਾ ਕਸੂਰ ਹੈ ਉਹ ਕੀ ਹੈ। ਸਾਹਿਬ ਕਹਿੰਦੇ ਆਪਣੇ ਅੰਦਰ ਪਿਰੀ ਨੂੰ ਸੰਭਾਲ, ਕਾਇਆ ਦਾ ਦੋਸ਼ ਨਹੀਂ ਹੈ। ਆਪਣੇ ਮਨ ਕਰਕੇ ਕਿਤੇ ਪਿਰ ਨੂੰ ਚੇਤੇ ਕਰ, ਆਪਣੇ ਹਿਰਦੇ ਕਰਕੇ ਕਿਤੇ ਰੱਬ ਨੂੰ ਚੇਤੇ ਕਰ, ਕਿਉਂਕਿ ਨਾ ਤੇ ਪੈਰਾਂ ਦੀ ਕੋਈ ਗੁਸਤਾਖੀ ਹੈ, ਨਾ ਹੀ ਤੇਰੇ ਹੱਥਾਂ ਦੀ, ਨਾ ਸਿਰ ਦੀ, ਸੌਖੇ ਜਿਹੇ ਰੂਪ 'ਚ ਕਹਿ ਲਈਏ ਤੇਰੇ ਸਰੀਰ ਦੀ ਕੋਈ ਗੁਸਤਾਖੀ ਨਹੀਂ ਹੈ। ਤੂੰ ਅੰਦਰ ਪਿਰੀ ਸੰਭਾਲ, ਆਪਣੇ ਮਨ ਕਰਕੇ ਰੱਬ ਨੂੰ ਚੇਤੇ ਕਰ। ਸ਼ਬਦ ਨਾ ਚੀਨੈ, ਮਨ ਸਮਝਾਇਆ ਹੀ ਨਹੀਂ, ਕਿਉਂਕਿ ਸ਼ਬਦ ਨੇ ਕੀ ਕਰਨਾ, ਮਨ ਨੂੰ ਸਮਝਾਉਣਾ ਹੈ। ਸ਼ਬਦ ਦੇ ਜਿਵੇਂ ਆਪਾਂ ਪਿਛਲੇਰੇ ਦਿਨਾਂ 'ਚ ਅਰਥ ਕੀਤੇ ਸੀ, ਵਿਚਾਰ ਇੱਕ ਨਹੀਂ, ਸ਼ਬਦ ਨੂੰ ਵਿਚਾਰ, ਇੱਕ ਸ਼ਬਦ ਨਹੀਂ, ਇੱਕ ਅੱਖਰ ਨਹੀਂ, ਸ਼ਬਦ ਤੋਂ ਭਾਵ ਵਿਚਾਰ। ਵਿਚਾਰ ਕੀ ਕਰੇਗੀ, ਮਨ ਨੂੰ ਤਬਦੀਲ ਕਰੇਗੀ। ਵਿਚਾਰ ਨੇ ਮਨ ਨੂੰ ਸਮਝਾਉਣਾ ਹੈ, ਤੇ ਜਿੰਨਾ ਚਿਰ ਮਨ ਸਮਝਿਆ ਹੀ ਨਾ, ਮਨ ਨੇ ਵਿਚਾਰ ਕੀਤੀ ਹੋਈ ਨਾ, ਤੇ ਕੀ ਹੋਏਗਾ, ਸਦਾ ਦੁਖੀ ਹੋਏਗਾ। ਕਿਉਂਕਿ ਜਿੱਦਣ ਮਨ ਨੂੰ ਸਮਝ ਆ ਗਈ ਨਾ ਕਿ ਖਾਣ ਵਾਸਤੇ ਨਹੀਂ ਜਿਉਈਦਾ, ਜਿਉਣ ਵਾਸਤੇ ਖਾਈਦਾ, ਬਸ ਇੰਨੀ ਕੁ ਮਨ ਨੂੰ ਸਮਝਾਉਣੀ। ਮਨ ਨੂੰ ਸਿਰਫ ਇਹੀ ਗੱਲ ਨਹੀਂ ਸਮਝ ਆ ਰਹੀ ਕਿ ਅਸੀਂ ਖਾਣ ਵਾਸਤੇ ਨਹੀਂ ਜਿਉਣਾ, ਅਸੀਂ ਜਿਉਣ ਵਾਸਤੇ ਖਾਣਾ। ਜਿੱਦਣ ਮਨ ਨੂੰ ਇਹ ਸਮਝ ਲੱਗ ਜਾਏਗੀ ਨਾ, ਉਦਣ ਸੱਚਮੁੱਚ ਮਨ ਸੁਖੀ ਹੋ ਜਾਏਗਾ। ਜਿੱਦਣ ਮਨ ਨੂੰ ਸਮਝ ਲੱਗ ਜਾਏ ਵੀ ਕਿਹੜੇ ਉਦਮ, ਕਿਹੜੇ ਉਪਰਾਲੇ, ਕੀ ਕਰੀ ਜਾਂਦਾ, ਕਿਹੜੇ ਪਾਸੇ ਦੌੜੀ ਜਾਂਦਾ ਮਨਾ, ਚਿੰਤਾ ਕਾਦੀ ਹੈ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਹਾਰ। ਮਨ ਨੂੰ ਇਹੀ ਸਮਝਾਉਣਾ ਹੈ, ਮਨ ਨੂੰ ਇਹ ਸਮਝਾਉਣਾ ਹੈ ਕਿ ਮਨਾ ਤੇਰੇ ਕਰਕੇ ਕੁਛ ਨਹੀਂ ਹੋ ਰਿਹਾ, ਤੂੰ ਨਹੀਂ ਕੁਝ ਕਰ ਰਿਹਾ, ਜੋ ਕੁਝ ਕਰ ਰਿਹਾ ਉਹ ਪਰਮੇਸ਼ਵਰ ਕਰ ਰਿਹਾ, ਤੇ ਤੂੰ ਕਿਸੇ ਦੀ ਪਰਵਰਿਸ਼ ਨਹੀਂ ਕਰ ਰਿਹਾ, ਤੂੰ ਕਿਸੇ ਦੀ ਪਾਲਣਾ ਨਹੀਂ ਕਰ ਰਿਹਾ, ਤੂੰ ਕੁਝ ਨਹੀਂ ਕਰ ਰਿਹਾ, ਤੂੰ ਸਿਰਫ ਇੱਕ ਜ਼ਰੀਆ ਹੈ। ਤੂੰ ਨਹੀਂ ਰਹੇਗਾ, ਰੱਬ ਪਰਵਰਿਸ਼ ਕਰਨੀ ਨਹੀਂ ਬੰਦ ਕਰ ਦੇਗਾ, ਰੱਬ ਜ਼ਰੀਆ ਕੋਈ ਹੋਰ ਬਣਾ ਦੇਗਾ। ਜਿਵੇਂ ਆਪਾਂ ਕਹਿ ਲਈਏ ਪਾਣੀ ਦਾ ਪ੍ਰਵਾਹ ਹੈ, ਬੜੀ ਤੇਜ਼ੀ ਨਾਲ ਵਹਿ ਰਿਹਾ ਹੈ, ਉਹਦੇ ਕੋਲ ਰਸਤਾ ਹੈ, ਉਹ ਵਹੀ ਜਾਂਦਾ ਹੈ, ਉਹਦੇ ਕੋਲ ਰਾਹ ਹੈ, ਉਹ ਚੱਲੀ ਜਾਂਦਾ ਹੈ। ਤੇ ਅਸੀਂ ਆ ਕੇ ਰੋਹ ਦੇ ਵਿੱਚ, ਹੰਕਾਰ ਵਿੱਚ ਆ ਕੇ, ਤੇ ਪਾਣੀ ਦੇ ਰਾਹ ਵਿੱਚ ਅਸੀਂ ਜਾ ਕੇ ਪੱਥਰ ਰੱਖ ਦਈਏ, ਬੰਨ ਮਾਰ ਦਈਏ, ਤੇ ਕੀ ਪਾਣੀ ਦਾ ਪ੍ਰਵਾਹ ਰੋਕ ਲਾਂਗੇ? ਜਿਹੜੇ ਜ਼ਰੀਏ ਉਹ ਜਾ ਰਿਹਾ ਸੀ, ਉਹਨੇ ਉੱਥੋਂ ਜ਼ਰੀਆ ਕੋਈ ਹੋਰ ਬਣਾ ਲੈਣਾ, ਪਰ ਪ੍ਰਵਾਹ ਰੁਕੇਗਾ ਨਹੀਂ। ਹੋ ਸਕਦਾ ਹੈ ਉਹ ਸਾਡੇ ਲਈ ਬੰਨ ਨੂੰ ਵੀ ਰੋੜ ਕੇ ਲੈ ਜਾਏ, ਉਹਨੇ ਜ਼ਰੀਆ ਤੇ ਬਣਾ ਹੀ ਲੈਣਾ ਨਾ, ਕੋਈ ਰਾਹ ਤੇ ਉਹਨੇ ਬਣਾ ਹੀ ਲੈਣਾ। ਕਦੇ ਸਮੁੰਦਰਾਂ ਨੂੰ ਬੰਨ ਨਹੀਂ ਲੱਗੇ, ਕਦੇ ਦਰਿਆਵਾਂ ਨੂੰ ਬੰਨ ਨਹੀਂ ਲੱਗੇ, ਜਿੰਨਾ ਮਰਜ਼ੀ ਯਤਨ ਕਰ ਲਈਏ ਉਹ ਕੋਈ ਨਾ ਕੋਈ ਰਾਹ ਬਣਾ ਹੀ ਲੈਣਗੇ। ਆਪਾਂ ਵੇਖਦੇ ਹਾਂ ਪਹਾੜੀ ਇਲਾਕਿਆਂ ਵਿੱਚੋਂ ਜਦੋਂ ਪਾਣੀ ਵਹਿੰਦਾ ਹੈ, ਪਾਣੀ ਆ ਝਰਨੇ ਵਹਿ ਰਹੇ ਨੇ, ਤੇ ਕਿਹੜਾ ਰਾਹ, ਕਿਹੜਾ ਜ਼ਰੀਆ, ਉਹਨੇ ਕੋਈ ਨਾ ਕੋਈ ਬਣਾ ਹੀ ਲੈਣਾ। ਰਸਤਿਆਂ ਵਿੱਚ ਹੁਣ ਪੱਥਰ ਵੀ ਬੜੇ ਆਏ, ਪਹਾੜ ਵੀ ਬੜੇ ਆਏ, ਪਰ ਉਹ ਸਾਰਿਆਂ ਨੂੰ ਲੰਘ ਕੇ ਆਪਣਾ ਜ਼ਰੀਆ ਰਾਹ ਉਹਨੇ ਬਣਾ ਲਿਆ। ਤੇ ਜੇ ਮਨੁੱਖ
ਨੂੰ ਅਕਾਲ ਪੁਰਖ ਜੀ ਨੂੰ ਅਕਾਲ ਪੁਰਖ ਜੀ ਨੇ ਮਨੁੱਖ ਉੱਤੇ ਕਿਰਪਾ ਕਰਕੇ ਇਹਨੂੰ ਅੱਜ ਜ਼ਰੀਆ ਬਣਾਇਆ ਹੈ। ਇਹ ਨਹੀਂ ਕਿ ਕੱਲ ਨੂੰ ਇਹ ਨਹੀਂ ਰਹੇਗਾ ਤੇ ਉਦੋਂ ਬਾਅਦ 'ਚ ਇਹਦਾ ਪਰਿਵਾਰ ਜਿਹੜਾ ਉਹਨਾਂ ਦੀ ਜ਼ਿੰਦਗੀ ਮੁੱਕ ਜਾਏਗੀ। ਨਹੀਂ, ਜ਼ਰੀਆ ਬਦਲ ਜਾਏਗਾ। ਅੱਜ ਤੂੰ ਮੰਨ ਰਿਹਾ ਨਾ ਵੀ ਮੈਂ ਕਮਾ ਕੇ ਲੈ ਕੇ ਆ ਰਿਹਾ, ਪਰਿਵਾਰ ਮੈਂ ਪਾਲ ਰਿਹਾ। ਅੱਜ ਮਨੁੱਖ ਕਹਿੰਦਾ ਹੈ, ਜਦੋਂ ਕਿਤੇ ਬਾਹਰ ਵਿਚਾਰ ਹੋਏ ਤੇ ਵਿਚਾਰ ਕਰਦਾ ਮਨੁੱਖ ਬੜੀ ਆਸਾਨੀ ਨਾਲ ਇਹ ਗੱਲ ਕਹਿੰਦਾ ਕਿ ਸਾਰੇ ਪਰਿਵਾਰ ਦਾ ਪਾਲਣਹਾਰ ਮੈਂ ਹੀ ਆ। ਸਾਰੇ ਜੀਵ ਵਿੱਚ, ਸਾਰੇ ਪਰਿਵਾਰ ਵਿੱਚ ਕਮਾਉਣ ਵਾਲਾ ਇੱਕ ਮੈਂ ਹੀ ਆ। ਤੂੰ ਨਹੀਂ ਰਹੇਗਾ ਤੇ ਕੀ ਪਰਿਵਾਰ ਪ੍ਰਸ਼ਾਦਾ ਨਹੀਂ ਛਕੇਗਾ? ਤੂੰ ਤੇ ਜ਼ਰੀਆ ਹੈ। ਰੱਬ ਨੇ ਤੈਨੂੰ ਇੱਕ ਜ਼ਰੀਆ ਬਣਾਇਆ। ਜ਼ਰੀਆ ਬਣਾਇਆ, ਤਬਦੀਲ ਹੋ ਜਾਏਗਾ। ਅੱਜ ਤੂੰ ਕਮਾ ਰਿਹਾ, ਤੂੰ ਚਲਾ ਜਾਏਗਾ। ਰੱਬ ਨੇ ਕੋਈ ਨਾ ਕੋਈ ਹੀਲਾ ਵਸੀਲਾ ਫਿਰ ਅੱਗੇ ਖੜਾ ਕਰ ਦੇਣਾ, ਕਿਉਂਕਿ ਜਿੰਨੇ ਪੈਦਾ ਕੀਤਾ ਨਾ ਉਹਨੂੰ ਚਿੰਤਾ ਵੀ ਹੈ। ਜਿੰਨੇ ਪੈਦਾ ਕੀਤਾ ਉਹਨੂੰ ਚਿੰਤਾ ਵੀ ਹੈ। ਜਿੰਨੇ ਸਮਾਜ ਉੱਤੇ ਭੇਜਿਆ ਉਹਨੂੰ ਪਾਲਣ ਦੀ ਵੀ ਚਿੰਤਾ ਹੈ, ਪਰਵਰਿਸ਼ ਦੀ ਵੀ ਚਿੰਤਾ ਹੈ। ਇਸ ਕਰਕੇ ਸਾਹਿਬ ਕਹਿੰਦੇ ਕਿਤੇ ਮਨ ਨੂੰ ਇੰਨੀ ਗੱਲ ਸਮਝ ਆ ਜਾਏ ਕਿ ਅਸੀਂ ਕੁਝ ਕਰਨ ਵਾਲੇ ਨਹੀਂ ਆ, ਤੇ ਜਿੱਦਣ ਮਨ ਨੂੰ ਇਹ ਸ਼ਬਦ ਦੀ ਸਮਝ ਆ ਗਈ, ਇਸ ਵਿਚਾਰ ਦੀ ਸਮਝ ਆ ਗਈ, ਫਿਰ ਕਦੇ ਦੁਖੀ ਨਹੀਂ ਹੋਏਗਾ। ਜਿੰਨਾ ਚਿਰ ਇਹਦੀ ਸਮਝ ਨਹੀਂ ਆਉਂਦੀ ਸਦਾ ਦੁੱਖ, ਉਹਨਾਂ ਚਿਰ ਇਹ ਦੁਖੀ ਹੈ। ਫਿਰ ਹਰ ਦਰਗਾਹ ਪਤ ਖੋਏ, ਰੱਬ ਤੇ ਭਰੋਸਾ ਨਾ ਕਰਕੇ ਆਪਣੀ ਪਤ ਵੀ ਗਵਾ ਲਈ। ਕਿਉਂਕਿ ਜੇ ਰੱਬ ਤੇ ਭਰੋਸਾ ਹੁੰਦਾ, ਵਿਸ਼ਵਾਸ ਹੁੰਦਾ, ਤੇ ਰੱਬ ਦੇ ਦਰ ਤੇ ਇੱਜ਼ਤ ਵਾਲਾ ਹੁੰਦਾ। ਹੁਣ ਰੱਬ ਤੇ ਹੀ ਭਰੋਸਾ ਨਹੀਂ, ਇਹ ਆਪਣੇ ਆਪ ਨੂੰ ਹੀ ਸਮਝ ਹੀ ਜਾਂਦਾ ਵੀ ਮੈਂ ਹੀ ਕਰਨਾ ਜੋ ਕਰਨਾ, ਰੱਬ ਜੀ ਨੇ ਨਹੀਂ ਕੁਛ ਕਰਨਾ। ਤੇ ਫਿਰ ਰੱਬ ਤੋਂ ਆਪਣਾ ਭਰੋਸਾ ਗਵਾਇਆ। ਹੁਣ ਜੇ ਰਾਜੇ ਕੋਲ ਜਾਈਏ ਤੇ ਰਾਜੇ ਦੇ ਸਾਹਮਣੇ ਜਾ ਕੇ ਆਖੀਏ ਵੀ ਤੂੰ ਨਹੀਂ ਕੁਛ ਕਰ ਸਕਦਾ, ਸਾਨੂੰ ਤੇਰੇ ਤੇ ਕੋਈ ਭਰੋਸਾ ਨਹੀਂ, ਰਾਜਾ ਕਿੰਨਾ ਕੁ ਚਿਰ ਖੜੋਣ ਦੇਗਾ ਦਰਬਾਰ 'ਚ? ਆਪਣੇ ਦਰ ਤੇ ਕਿੰਨਾ ਕੁ ਚਿਰ ਖੜੋਣ ਦੇਗਾ? ਅਗਲਾ ਹੀ ਕਹੇਗਾ ਨਾ ਆਪਣੇ ਵਜ਼ੀਰਾਂ ਨੂੰ, ਆਪਣੇ ਸਿਪਾਹੀਆਂ ਨੂੰ, ਭਾਈ ਲੈ ਜਾਓ ਚੁੱਕ ਕੇ, ਇਹਨੂੰ ਮੇਰੇ ਤੇ ਭਰੋਸਾ ਹੀ ਨਹੀਂ ਹੈ। ਤੇ ਫਿਰ ਹੋ ਸਕਦਾ ਅਗਲਾ ਇਹ ਵੀ ਕਹਿ ਦੇ ਵੀ ਤੇ ਤੈਨੂੰ ਮੇਰੇ ਤੇ ਭਰੋਸਾ ਹੀ ਨਹੀਂ ਤੇ ਇੱਥੇ ਲੈਣ ਕੀ ਆਇਆ? ਬਾਦਸ਼ਾਹ ਸਮੇਂ ਦਾ ਬਾਦਸ਼ਾਹ, ਉਹ ਹਾਲਾਤਾਂ ਦੇ ਮੁਤਾਬਕ, ਸਮੇਂ ਦੇ ਮੁਤਾਬਕ ਕੁਝ ਵੀ ਕਰ ਸਕਦਾ। ਸਮਾਜਿਕ ਤੌਰ ਦੇ ਉੱਤੇ ਬਾਦਸ਼ਾਹ, ਸੰਸਾਰਿਕ ਤੌਰ ਤੇ। ਹੁਣ ਜਦੋਂ ਪਰਮੇਸ਼ਵਰ ਦੀ ਬਾਤ ਕਰਾਂਗੇ, ਅਸੀਂ ਰੱਬ ਅੱਗੇ ਜਾ ਕੇ ਆਖੀ ਜਾਈਏ ਰੱਬਾ ਤੂੰ ਤੇ ਕੁਝ ਕਰ ਹੀ ਨਹੀਂ ਸਕਦਾ, ਤੂੰ ਤੇ ਸਮਾਜ ਵਿੱਚ ਸਾਨੂੰ ਕੁਝ ਦੇ ਨਹੀਂ ਸਕਦਾ, ਸਾਡੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਉਹ ਤੇ ਸਮੇਂ ਦਾ ਬਾਦਸ਼ਾਹ ਨਹੀਂ, ਉਹ ਤੇ ਹਰ ਵਕਤ ਦਾ ਬਾਦਸ਼ਾਹ ਹੈ। ਉਹ ਸਮੇਂ ਮੁਤਾਬਕ ਬਦਲੇਗਾ ਨਹੀਂ। ਉਹ ਤੇ ਸੰਸਾਰਿਕ ਤੌਰ ਤੇ ਵੀ ਬਾਦਸ਼ਾਹੀ ਦਿੰਦਾ, ਅਧਿਆਤਮਕ ਤੌਰ ਤੇ ਵੀ ਬਾਦਸ਼ਾਹੀ ਦਿੰਦਾ, ਤੇ ਅਸੀਂ ਉਹਨੂੰ ਜਾ ਕੇ ਆਖੀ ਜਾਈਏ ਵੀ ਤੇਰੇ ਕੋਲੋਂ ਕੁਝ ਬਣਨਾ ਹੀ ਨਹੀਂ। ਤੇ ਰੱਬ ਕੀ ਆਖੇਗਾ? ਦਰਗਾਹ ਪੱਤ ਖੋਏ। ਇਸੇ ਕਰਕੇ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ, 10 ਬਸਤੂਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ। ਅੱਜ ਤੂੰ ਉਹਦੇ ਕੋਲ ਜਾ ਕੇ ਆਖੇ ਤੂੰ ਤੇ ਮੇਰੀਆਂ ਲੋੜਾਂ ਪੂਰੀਆਂ ਕੀਤੀਆਂ ਹੀ ਨਹੀਂ, ਰੱਬ ਨੂੰ ਜਾ ਕੇ ਕਹਿਤਾ ਤੂੰ ਤੇ ਮੈਨੂੰ ਭੋਜਨ ਦਿੱਤਾ ਹੀ ਨਹੀਂ। ਉਹਨੇ ਇੱਕ ਵਕਤ ਦਾ ਭੋਜਨ ਕਿਤੇ ਤੈਨੂੰ ਨਹੀਂ ਮਿਲਿਆ, ਤੂੰ ਰੱਬ ਨਾਲ ਉਲਾਮਿਆਂ ਤੇ ਹੋ ਗਿਆ ਵੀ ਰੱਬਾ ਤੂੰ ਤੇ ਮੈਨੂੰ ਭੋਜਨ ਹੀ ਨਹੀਂ ਦਿੱਤਾ, ਮੇਰਾ ਤੇਰਾ ਮੇਰੇ ਨਾਲ ਕੋਈ ਵੈਰ ਹੈ, ਤੂੰ ਮੇਰੇ ਨਾਲ ਵੈਰ ਕੱਢਿਆ। ਉਹ ਤੈਨੂੰ ਇੱਕ ਵਕਤ ਭੋਜਨ ਨਹੀਂ ਮਿਲਿਆ, ਸਾਰੀ ਜ਼ਿੰਦਗੀ ਮਿਲਦਾ ਰਿਹਾ ਹੈ, ਆਉਣ ਵਾਲੇ ਜੀਵਨ ਵਿੱਚ ਮਿਲੇਗਾ। ਮੰਨ ਲਾ ਜਿਨੇ ਇੱਕ ਵਕਤ ਜੇ ਤੈਨੂੰ ਨਹੀਂ ਮਿਲਿਆ, ਬਾਕੀ ਰਹਿੰਦੀ ਜ਼ਿੰਦਗੀ ਵੀ ਨਾ ਦਵੇ ਤੇ ਕੀ ਕਰ ਲੇਗਾ? ਤੇ ਪੱਤ ਗਵਾਉਣ ਵਾਲੀ ਬਾਤ ਹੀ ਹੈ ਨਾ। ਏਕ ਬਸਤ ਕਾਰਨ ਬਿਖੋਟ ਗਵਾਵੇ। ਸਾਹਿਬ ਕਹਿੰਦੇ ਇੱਕ ਤੇ ਨਹੀਂ ਦਿੱਤੀ ਤੂੰ, ਉਸੇ ਕਰਕੇ ਗਵਾ ਲਿਆ। ਭਰੋਸਾ ਛੱਡਤਾ, ਵਿਸ਼ਵਾਸ ਛੱਡਤਾ। ਏਕ ਭੀ ਨਾ ਦੇ, ਉਹਨੇ ਨਹੀਂ ਦੇਣੀ ਵਸਤੂ ਜਿਹੜੀ ਕਰਕੇ ਤੂੰ ਉਹਦੇ ਤੋਂ ਭਰੋਸਾ ਗਵਾਇਆ ਹੈ। ਜਿਹੜੀਆਂ ਤੇਰੇ ਕੋਲ ਪਹਿਲਾਂ ਦਿੱਤੀਆਂ ਉਹ ਵੀ ਖੋਲੇ, ਤੂੰ ਕੀ ਵਿਗਾੜ ਲੇਗਾ ਉਹਦਾ? ਸਤਿਗੁਰੂ ਅਰਜਨ ਸਾਹਿਬ ਪਤਾ ਫਿਰ ਕੀ ਕਹਿੰਦੇ, ਜਿਸ ਠਾਕੁਰ ਸਿਉ ਨਾਹੀ ਚਾਰਾ,
ਤਾ ਕਉ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਚਾਰਾ ਕੋਈ ਨਹੀਂ, ਉਹਦੇ ਅੱਗੇ ਸਿਰਫ ਨਮਸਕਾਰ। ਤੇ ਨਮਸਕਾਰ ਕਰਨ ਨਾਲ ਹੀ ਪੱਤ ਬਚਦੀ ਹੈ, ਇੱਜ਼ਤ ਬਚਦੀ ਹੈ, ਰੱਬ ਦੀ ਦਰਗਾਹ ਤੇ ਪੱਤ ਬਚਦੀ ਹੈ ਜੇ ਉਹਦੇ ਅੱਗੇ ਨਮਸਕਾਰ ਅਸੀਂ ਕਰ ਦਈਏ। ਤੇ ਇਸੇ ਕਰਕੇ ਸਾਹਿਬ ਕਹਿੰਦੇ ਜੇ ਮਨ ਨੇ ਸ਼ਬਦ ਨਾ ਚੀਨਿਆ, ਨਹੀਂ ਸਮਝੀ ਵਿਚਾਰ, ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਾਹ ਪਤ ਖੋਏ। ਹਉ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਗੁਰੂ ਵਾਲੇ ਬਣ ਕੇ ਜੀਵ ਆਪਣੇ ਜੀਵਨ ਵਿੱਚੋਂ ਹਉਮੈ ਨੂੰ ਗਵਾ ਲੈਂਦੇ ਨੇ, ਤੇ ਜਿਨ੍ਹਾਂ ਨੇ ਹਉਮੈ ਗਵਾ ਲਈ ਨਾਮ ਰਤੇ, ਰੱਬ ਦੇ ਰੰਗ ਵਿੱਚ ਰਤੇ ਗਏ, ਸੁਖ ਹੋਏ, ਫਿਰ ਉਹ ਸਦੀਵ ਸੁਖੀ ਹੋ ਜਾਂਦੇ ਹਨ। ਗੁਰਮੁਖ ਕਰਮ ਕਮਾਵੇ ਬਿਗਸੈ, ਹਰ ਬੈਰਾਗ ਆਨੰਦ। ਅਹਨਿਸ ਭਗਤ ਕਰੇ ਦਿਨ ਰਾਤੀ, ਹਉਮੈ ਮਾਰ ਨਿਚੰਦ। ਵੱਡੇ ਭਾਗ ਸਤ ਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਜਿਹੜਾ ਮਨ ਵਿਚਾਰ ਨੂੰ ਸਮਝ ਗਿਆ ਉਹ ਕੀ ਬਣ ਗਿਆ? ਗੁਰਮੁਖ। ਕਿਉਂਕਿ ਉਹ ਮਨ ਨੇ ਆਪਣਾ ਮੁਖ ਜਿਹੜਾ ਨਾ ਉਹ ਗੁਰੂ ਵੱਲ ਕਰ ਲਿਆ। ਹੁਣ ਜਦੋਂ ਗੁਰੂ ਵੱਲ ਕਰ ਲਿਆ, ਹੁਣ ਕੀ ਬਣ ਗਿਆ? ਗੁਰਮੁਖ ਜਨ। ਜਦੋਂ ਗੁਰਮੁਖ ਜਨ ਬਣ ਗਏ ਤੇ ਸਾਹਿਬ ਕਹਿੰਦੇ ਹੁਣ ਕੀ ਬਣਿਆ? ਗੁਰਮੁਖ ਕਰਮ ਕਮਾਵੇ। ਹੁਣ ਗੁਰੂ ਦੇ ਦੁਆਰਾ ਦੱਸੇ ਹੋਏ ਕਰਮ ਕੌਣ ਕਮਾਉਂਦਾ ਹੈ? ਮਨ। ਜਦੋਂ ਮਨ ਗੁਰੂ ਦੇ ਦੁਆਰਾ ਦੱਸੇ ਕਰਮ ਕਮਾਉਣ ਲੱਗ ਪਿਆ, ਫਿਰ ਕੀ ਹੁੰਦਾ? ਬਿਗਸੈ। ਹੁਣ ਬੜਾ ਖੁਸ਼ ਰਹਿੰਦਾ। ਹਰ ਬੈਰਾਗ ਆਨੰਦ। ਹੁਣ ਆਨੰਦ ਬਣਿਆ ਰਹਿੰਦਾ ਜ਼ਿੰਦਗੀ 'ਚ। ਰੱਬ ਪ੍ਰਤੀ ਵੈਰਾਗ ਵੀ ਪੈਦਾ ਹੋ ਗਿਆ, ਰੱਬ ਪ੍ਰਤੀ ਪ੍ਰੇਮ ਵੀ ਪੈਦਾ ਹੋ ਗਿਆ। ਜਿਹੜਾ ਗੁਰੂ ਦੁਆਰਾ ਦੱਸੇ ਹੋਏ ਕਰਮ ਮਨ ਕਮਾਉਣ ਲੱਗ ਪਿਆ, ਉਹ ਹਮੇਸ਼ਾ ਖਿੜਿਆ ਰਹਿੰਦਾ ਹੈ। ਉਸ ਮਨ ਦੇ ਅੰਦਰ ਹਰ ਬੈਰਾਗ, ਰੱਬ ਦੇ ਪ੍ਰਤੀ ਵੈਰਾਗ ਪੈਦਾ ਹੋ ਗਿਆ, ਆਨੰਦ, ਔਰ ਉਹਦੀ ਜ਼ਿੰਦਗੀ ਵਿੱਚ ਸਦਾ ਵਾਲਾ ਆਨੰਦ ਖੇੜਾ ਆ ਬਣਿਆ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਪ੍ਰਸੰਨਤਾ, ਖੁਸ਼ੀ, ਕਿਉਂਕਿ ਮਨ ਗੁਰੂ ਵਾਲਾ ਬਣ ਗਿਆ। ਤੇ ਜਿੱਦਣ ਮਨ ਗੁਰੂ ਵਾਲਾ ਬਣਦਾ ਨਾ, ਉਦਣ ਰੱਬ ਦੇ ਪ੍ਰਤੀ ਮਨ ਵਿੱਚ ਵੈਰਾਗ ਪੈਦਾ ਹੁੰਦਾ। ਵੈਰਾਗ ਤੋਂ ਭਾਵ ਪ੍ਰੇਮ ਪੈਦਾ ਹੋਣਾ, ਪਿਆਰ ਪੈਦਾ ਹੋਣਾ। ਤੇ ਜਦੋਂ ਉਹ ਪਿਆਰ ਪੈਦਾ ਹੋਇਆ, ਫਿਰ ਹਮੇਸ਼ਾ ਸਦੀਵ ਆਨੰਦ ਮਨਾਂ ਅੰਦਰ ਬਣ ਜਾਂਦਾ। ਸਾਹਿਬ ਕਹਿੰਦੇ ਫਿਰ ਉਹ ਕੀ ਕਰਦੇ ਨੇ? ਅਹਨਿਸ ਭਗਤ ਕਰੇ ਦਿਨ ਰਾਤੀ। ਫਿਰ ਦਿਨ ਰਾਤ ਭਗਤੀ ਕਰਦੇ ਹੋ। ਹਉ ਮੈਂ ਮਾਰਨ ਚਿੰਦ। ਉਹ ਫਿਰ ਬੇਫਿਕਰ ਹੋ ਗਏ, ਕਿਉਂਕਿ ਉਹਨਾਂ ਹਉਮੈ ਹੀ ਮਾਰਤੀ। ਇੱਕ ਸਤਿਗੁਰੂ ਜੀ ਦਾ ਪਾਵਨ ਬੋਲ ਹੈ, ਆਸਾ ਕੀ ਵਾਰ ਵਿੱਚ ਸਤਿਗੁਰੂ ਜ਼ਿਕਰ ਕਰਦੇ, ਹਉਮੈ ਇਹਾ ਜ਼ਾਤ ਹੈ, ਹਉਮੈ ਕਰਮ ਕਮਾਏ। ਹਉਮੈ ਇਹੀ ਬੰਦਨਾ, ਫਿਰ ਜੂਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਬਿਨਸ ਜਾਣਾ ਤੇ ਬੇਫਿਕਰੀ ਆ ਜਾਣੀ। ਤਵੱਜੋ ਦੇ ਕੇ ਸਮਝਿਓ। ਜਿੰਨਾ ਚਿਰ ਮਨ ਹੰਕਾਰੀ ਹੈ ਨਾ, ਮਨ ਵਿੱਚ ਹਉਮੈ ਹੈ, ਉਨਾ ਚਿਰ ਬੇਫਿਕਰੀ ਨਹੀਂ ਹੈ। ਕਿਉਂਕਿ ਹਉਮੈ ਜੰਮਣ ਦਾ ਕਾਰਨ ਵੀ ਹੈ ਤੇ ਹਉਮੈ ਮਰਨ ਦਾ ਕਾਰਨ ਵੀ ਹੈ। ਇਉਂ ਕਹਿ ਸਕਦੇ ਹਾਂ, ਹਉਮੈ ਕਰਕੇ ਹੀ ਜੰਮਦਾ ਤੇ ਹਉਮੈ ਕਰਕੇ ਹੀ ਜੀਵ ਮਰਦਾ ਹੈ। ਹਉਮੈ ਕਰਕੇ ਹੀ ਜੂਨਾਂ ਵਿੱਚ ਹੈ ਤੇ ਹਉਮੈ ਕਰਕੇ ਹੀ ਬੰਧਨਾਂ ਵਿੱਚ ਹੈ। ਜੂਨਾਂ ਵਿੱਚ ਫਸਿਆ ਹੋਇਆ ਤੇ ਬੰਧਨਾਂ ਵਿੱਚ ਫਸਿਆ ਹੋਇਆ ਬੇਫਿਕਰ ਕਿਵੇਂ ਹੋ ਸਕਦਾ?
ਜਿਹੜਾ ਬੰਦਾ ਜੇਲ੍ਹ ਵਿੱਚ ਬੈਠਾ ਹੋਵੇ ਉਹ ਬੇਫਿਕਰ ਹੋ ਸਕਦਾ ਹੈ? ਉਹਨੂੰ ਤੇ ਹਰ ਵਕਤ ਫਿਕਰ ਇਸ ਗੱਲ ਦੀ ਹੈ ਕਿ ਇੱਥੋਂ ਆਜ਼ਾਦ ਕਦੋਂ ਹੋਵਾਂਗਾ। ਹਾਂ, ਆਜ਼ਾਦ ਹੋ ਜਾਏ ਫਿਰ ਬੇਫਿਕਰ ਹੋ ਸਕਦਾ ਹੈ। ਤੇ ਆਜ਼ਾਦ ਇਹ ਨਹੀਂ ਵੀ ਕਿਸੇ ਬੰਧਨਾਂ ਵਿੱਚ ਹੋ ਕੇ ਆਜ਼ਾਦ ਹੋਵੇ। ਆਜ਼ਾਦ ਬਿਲਕੁਲ ਬਾ ਇੱਜ਼ਤ ਭਰੀ ਹੋ ਜਾਣਾ, ਬੇਫਿਕਰ ਵੀ ਉਹੀ ਹੋਏਗਾ। ਨਹੀਂ ਤੇ ਸੰਸਾਰਿਕ ਤੌਰ ਤੇ ਜੇ ਪੱਖ ਰੱਖੀਏ, ਜ਼ਮਾਨਤ ਉੱਤੇ ਆਇਆ ਵੀ ਬੇਫਿਕਰ ਨਹੀਂ ਹੈ, ਕਿਉਂਕਿ ਉਹਨੂੰ ਵੀ ਫਿਕਰ ਹੈ ਸਵੇਰੇ ਔਰ ਸ਼ਾਮ ਮੈਨੂੰ ਜਾ ਕੇ ਹਾਜ਼ਰੀ ਦੇਣੀ ਪੈਣੀ ਹੈ। ਜੇ ਮੈਂ ਜ਼ਮਾਨਤ ਤੇ ਬਾਹਰ ਹਾਂ ਤੇ ਮੈਨੂੰ ਸਵੇਰੇ ਵੀ ਜਾ ਕੇ ਥਾਣੇ ਵਿੱਚ ਪੇਸ਼ ਹੋਣਾ ਪੈਣਾ, ਸ਼ਾਮ ਜਦੋਂ ਪੈਣੀ ਫਿਰ ਜਾ ਕੇ ਥਾਣੇ ਵਿੱਚ ਹਾਜ਼ਰੀ ਦੇਣੀ ਪੈਣੀ ਹੈ ਕਿ ਭਾਈ ਮੈਂ ਇੱਥੇ ਹੀ ਹਾਂ, ਮੈਂ ਇਲਾਕਾ ਛੱਡ ਕੇ ਗਿਆ ਨਹੀਂ। ਬੇਫਿਕਰੀ ਥੋੜੀ ਹੈ, ਇਹ ਤੇ ਇੱਕ ਫਿਕਰ ਹੋਰ ਹੈ। ਸਾਹਿਬ ਕਹਿੰਦੇ ਸੱਜਣਾ, ਜੇ ਹਉਮੈ ਦੇ ਬੰਧਨਾਂ ਵਿੱਚ ਫਸਿਆ ਹੋਇਆ ਤੇ ਕਦੇ ਬੇਫਿਕਰੀ ਨਹੀਂ। ਹਉਮੈ ਦਾ ਤਿਆਗ ਕਰ, ਬਾ ਇੱਜ਼ਤ ਜਦੋਂ ਬਰੀ ਹੋਏਗਾ ਨਾ ਹਉਮੈ ਦੇ ਬੰਧਨਾਂ ਤੋਂ, ਫਿਰ ਬੇਫਿਕਰੀ ਹੈ। ਸਾਹਿਬ ਜੀ ਆਖਦੇ, ਕਹਿੰਦੇ ਜਦੋਂ ਜੀਵ ਅਹਨਿਸ ਭਗਤ ਕਰੇ ਦਿਨ ਰਾਤੀ। ਹੁਣ ਦਿਨ ਰਾਤ ਕੀ ਕਰ ਰਿਹਾ? ਭਗਤੀ। ਤੇ ਭਗਤੀ ਕੀ ਕਰ ਰਹੀ ਹੈ? ਅੱਗੋਂ ਰੱਬ ਜੀ ਰਹਿਮਤ ਵਰਤਾ ਰਹੇ, ਰੱਬ ਜੀ ਦੀ ਭਗਤੀ ਦੇ ਨਾਲ ਇੱਜ਼ਤ ਵਾਲਾ ਬਣ ਰਿਹਾ ਇਹ ਜੀਵ, ਕਿਉਂਕਿ ਹਉਮੈ ਤੋਂ ਛੁਟਕਾਰਾ ਹੋ ਰਿਹਾ। ਹਉਮੈ ਮਾਰ ਨਿਚਿੰਦ, ਆਪਣੀ ਹਉਮੈ ਮਾਰ ਲਈ ਰੱਬ ਜੀ ਦੀ ਪ੍ਰੇਮਾ ਭਗਤੀ ਦੇ ਨਾਲ। ਜਦੋਂ ਪ੍ਰੇਮਾ ਭਗਤੀ ਸਦਕਾ ਹਉਮੈ ਮਰ ਗਈ, ਨਿਚਿੰਦ, ਹੁਣ ਜੀਵ ਬੇਫਿਕਰ ਹੋ ਗਿਆ। ਹੁਣ ਕਿਸੇ ਗੱਲ ਦੀ ਫਿਕਰ ਨਹੀਂ। ਫਿਰ ਵੱਡਾ ਭਾਗ ਸਤ ਸੰਗਤ ਪਾਈ, ਚੰਗੇ ਭਾਗ ਨੇ, ਸੰਗਤ ਮਿਲ ਗਈ ਰੱਬ ਜੀ ਦੀ, ਗੁਰੂ ਜੀ ਦੀ, ਰੱਬ ਜੀ ਦੇ ਪਿਆਰਿਆਂ ਦੀ। ਹਰ ਪਾਇਆ ਸਹਿਜ ਆਨੰਦ, ਹੁਣ ਸਹਿਜ ਸੁਭਾਅ ਉਹ ਮਾਲਕ ਮਿਲ ਗਿਆ ਤੇ ਜੀਵਨ ਅੰਦਰ ਸਦੀਵ ਆਨੰਦ ਬਣ ਗਿਆ। ਸੋ ਸਾਧੂ ਬੈਰਾਗੀ ਸੋਈ, ਹਿਰਦੈ ਨਾਮ ਵਸਾਏ। ਅੰਤਰ ਲਾਗ ਨਾ ਤਾਮਸ ਮੂਲੇ, ਵਿੱਚ ਹੋ ਆਪ ਗਵਾਏ। ਨਾਮ ਨਿਧਾਨ ਸਤ ਗੁਰੂ ਦੇਖਾਲਿਆ, ਹਰ ਰਸ ਪੀਆ ਅਕਾਏ। ਅਸਲ ਦੇ ਵਿੱਚ ਸਾਧੂ ਦੀ ਪਰਿਭਾਸ਼ਾ, ਬੈਰਾਗੀ ਦੀ ਪਰਿਭਾਸ਼ਾ ਸਤਿਗੁਰੂ ਜੀ ਨੇ ਦਿੱਤੀ। ਸੋ ਸਾਧੂ, ਉਹ ਸਾਧੂ ਹੈ। ਬੈਰਾਗੀ ਸੋਈ, ਬੈਰਾਗੀ ਵੀ ਉਹ ਹੈ। ਇੱਥੇ ਹੁਣ ਬੈਰਾਗੀ ਤੋਂ ਭਾਵ ਪ੍ਰੇਮੀ, ਰੱਬ ਜੀ ਨਾਲ ਪ੍ਰੇਮ ਕਰਨ ਵਾਲਾ, ਜਾਂ ਬੈਰਾਗੀ ਉਹਨੂੰ ਵੀ ਕਹਿ ਸਕਦੇ ਆ ਜਿਹਨੂੰ ਸਮਾਜ ਕਹਿੰਦਾ ਕਿ ਬੰਦਾ ਘਰ ਛੱਡ ਕੇ ਦੌੜ ਗਿਆ, ਉਹ ਬੈਰਾਗੀ ਹੈ। ਘਰ ਛੱਡ ਕੇ ਚਲਾ ਗਿਆ ਜੀ, ਉਹਨਾਂ ਨੂੰ ਤੇ ਸਾਰੀ ਜ਼ਮੀਨ ਜਾਇਦਾਦ ਦਾ ਵੀ ਤਿਆਗ ਕਰਤਾ, ਧਨ ਦੌਲਤ ਦਾ ਵੀ ਤਿਆਗ ਕਰਤਾ। ਬੈਰਾਗੀ ਸਮਾਜ ਉਹਨੂੰ ਮੰਨਦਾ। ਗੁਰੂ ਅਮਰਦਾਸ ਜੀ ਨੇ ਦੱਸਿਆ ਬੈਰਾਗੀ ਕਿਹਨੂੰ ਕਹਿੰਦੇ। ਮਾਲਕ ਕਹਿੰਦੇ ਸਾਧੂ ਤੇ ਵੈਰਾਗੀ। ਸਾਧੂ ਜਿਨਨੇ ਆਪਣੀ ਕਾਇਆ ਨੂੰ ਸਾਧ ਲਿਆ, ਵੈਰਾਗੀ ਜਿਨਨੇ ਆਪਣੇ ਮਨ ਨੂੰ ਕਾਬੂ ਵਿੱਚ ਕਰ ਲਿਆ। ਸਾਧੂ ਵੀ ਉਹੀ ਹੈ, ਕਿਉਂਕਿ ਕਾਇਆ ਉਦੋਂ ਹੀ ਸਾਧੀ ਜਾਏਗੀ ਜਦੋਂ ਮਨ ਕਾਬੂ ਵਿੱਚ ਆਏਗਾ, ਉਦੋਂ ਬਿਨਾਂ ਕਾਇਆ ਕਿਵੇਂ ਸਾਧ ਲਾਂਗੇ। ਸਾਹਿਬ ਕਹਿੰਦੇ ਸੋ ਸਾਧੂ ਬੈਰਾਗੀ ਸੋਈ, ਹਿਰਦੈ ਨਾਮ ਵਸਾਏ। ਜਿਨਨੇ ਹਿਰਦੇ ਵਿੱਚ ਨਾਮ ਵਸਾ ਲਿਆ ਉਹ ਸਾਧੂ ਹੈ, ਉਹੀ ਬੈਰਾਗੀ। ਹੁਣ ਹਿਰਦੇ ਵਿੱਚ ਕਿਹਨਾਂ ਦੇ ਨਾਮ ਵਸੇਗਾ? ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਜੀ ਤਰੁੱਠ ਕੇ ਆਪਣੀ ਰਹਿਮਤ ਵਰਤਾਉਣਗੇ, ਆਪਣੀ ਕਿਰਪਾ ਕਰਨਗੇ, ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਪ੍ਰਭੂ ਪ੍ਰੇਮ ਵਿੱਚ ਭਿੱਜ ਗਿਆ, ਗੁਰੂ ਦੀ ਰਹਿਮਤ ਦਾ ਪਾਤਰ ਬਣਿਆ, ਨਾਮ ਵੀ ਉਸੇ ਹਿਰਦਿਆਂ 'ਚ ਵਸਣਾ। ਫਿਰ ਸਾਹਿਬ ਆਖਦੇ ਹੁਣ ਜਿਨ੍ਹਾਂ ਨੇ ਹਿਰਦੇ 'ਚ ਵੈਰਾਗ, ਜਿਹੜੇ ਸੱਚ ਕਰਕੇ ਵੈਰਾਗੀ ਬਣ ਗਏ, ਜਿਹੜੇ ਸੱਚ ਕਰਕੇ ਸਾਧੂ ਬਣ ਗਏ, ਮਨ ਨੂੰ ਕਾਬੂ ਵਿੱਚ ਕਰਕੇ ਸਾਧੂ ਤੇ ਵੈਰਾਗੀ ਬਣੇ, ਆ ਜੇ ਅਸਲ ਵਿੱਚ ਵੈਰਾਗ। ਸਾਹਿਬ ਜੀ ਅੱਗੇ ਦੱਸਦੇ ਫਿਰ ਅੰਤਰ ਲਾਗ ਨਾ ਤਾਮਸ ਮੂਲੇ, ਆ ਉਹਨਾਂ ਦੀ ਪਰਖ ਕਰਨ ਦੀ ਕਸਵੱਟੀ ਹੈ ਕਿ ਵੈਰਾਗੀ ਹੈ ਕਿ ਸਾਧੂ ਹੈ ਕਿ ਨਹੀਂ, ਕੇਵਲ ਵਿਖਾਵੇ ਮਾਤਰ ਹੀ ਹੈ। ਜੇ ਤੇ ਵਿਖਾਵੇ ਮਾਤਰ ਹੋਇਆ ਤੇ ਫਿਰ ਲਾਲਚੀ ਜ਼ਰੂਰ ਹੋਏਗਾ।
ਜੇ ਸਾਧੂ ਹੈ, ਬੈਰਾਗੀ ਹੈ, ਪਹਿਰਾਵੇ ਕਰਕੇ ਸਾਧੂ ਬਣਿਆ, ਪਹਿਰਾਵੇ ਕਰਕੇ ਬੈਰਾਗੀ ਬਣਿਆ, ਤੇ ਮਾਲਕ ਕਹਿੰਦੇ ਚੇਤਾ ਰੱਖੀ, ਕਸਵੱਟੀ ਲਾ ਕੇ ਪਰਖੀ। ਤੇ ਕਸਵੱਟੀ ਕੀ ਹੈ? ਜੇ ਉਹ ਸਾਧੂ ਵਿਖਾਵੇ ਕਰਕੇ ਤੇ ਬੈਰਾਗੀ ਵਿਖਾਵੇ ਮਾਤਰ ਹੋਇਆ ਤੇ ਉਹ ਲਾਲਚੀ ਬਹੁਤ ਹੋਏਗਾ। ਤੇ ਜੇ ਉਹ ਸੱਚਮੁੱਚ ਸਾਧੂ ਤੇ ਬੈਰਾਗੀ ਹੋਇਆ, ਫਿਰ ਅੰਦਰ ਲਾਗ ਨਾ ਤਮ ਸਮੂਲੇ, ਉਹਦੇ ਅੰਦਰ ਰਤਾ ਮਾਤਰ ਵੀ ਲਾਲਚ ਨਹੀਂ ਹੋਣਾ, ਰਤਾ ਮਾਤਰ ਵੀ ਲੋਭ ਨਹੀਂ ਹੋਏਗਾ। ਵਿੱਚੋਂ ਆਪ ਗਵਾਏ ਤੇ ਨਾ ਹੀ ਉੱਥੇ ਮੈਂ ਹੋਏਗੀ। ਜੇ ਉਹ ਵਿਖਾਵੇ ਮਾਤਰ ਹੋਇਆ, ਫਿਰ ਤੇ ਮੈਂ ਵੀ ਬੋਲੇਗੀ ਤੇ ਲਾਲਚ ਵੀ ਬੋਲੇਗਾ, ਆਪਣਤ ਵੀ ਬੋਲੇਗੀ ਤੇ ਲੋਭ ਵੀ ਬੋਲੇਗਾ। ਫਿਰ ਉਹ ਇਹ ਆਖੇਗਾ ਮੇਰੇ ਵਰਗਾ ਕੋਈ ਨਹੀਂ। ਤੇ ਸੱਜਣਾ, ਜੇ ਉਹ ਸੱਚਮੁੱਚ ਦਾ ਸਾਧੂ ਤੇ ਬੈਰਾਗੀ ਹੋਇਆ, ਫਿਰ ਉਹ ਆਖੇਗਾ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਫਿਰ ਉਹ ਇਹ ਆਖੇਗਾ, ਜੇ ਸੱਚਮੁੱਚ ਦਾ ਸਾਧੂ ਤੇ ਬੈਰਾਗੀ ਹੋਇਆ, ਤੇ ਜੇ ਉਹ ਸੱਚਮੁੱਚ ਦਾ ਨਾ ਹੋਇਆ, ਵਿਖਾਵੇ ਮਾਤਰ ਹੋਇਆ, ਫਿਰ ਉਹ ਕਹੇਗਾ ਵੀ ਬਸ ਮੈਂ ਹੀ ਹਾਂ, ਮੇਰੇ ਵਰਗਾ ਸਾਧੂ ਦੁਨੀਆ ਤੇ ਕੋਈ ਨਹੀਂ, ਮੇਰੇ ਵਰਗਾ ਵੈਰਾਗੀ ਵੀ ਸੰਸਾਰ ਉੱਤੇ ਕੋਈ ਪੈਦਾ ਨਹੀਂ ਹੋਇਆ। ਸਤਿਗੁਰੂ ਜੀ ਫਿਰ ਆਖਦੇ, ਨਾਮ ਨਿਧਾਨ ਸਤਿਗੁਰੂ ਦਿਖਾਲਿਆ। ਗੁਰੂ ਨੇ ਖਜ਼ਾਨਾ ਵਿਖਾਤਾ। ਹਰ ਰਸ ਪੀਆ ਅਘਾਏ, ਜਿਹੜਾ ਮਨ ਕਦੇ ਆਸਾਵਾਂ ਨਾਲ ਭਰਿਆ ਪਿਆ ਸੀ ਨਾ, ਉਹਨੂੰ ਖਜ਼ਾਨਾ ਦਿਸ ਗਿਆ। ਜਦੋਂ ਖਜ਼ਾਨਾ ਦਿਸਿਆ, ਸੰਤੁਸ਼ਟੀ ਹੋ ਗਈ, ਰੱਜ ਗਿਆ ਵੀ ਅਸਲ ਵਿੱਚ ਮੇਰਾ ਭੋਜਨ ਆਹੀ ਹੈ ਜਿਨੇ ਮੈਨੂੰ ਸੰਤੁਸ਼ਟੀ ਦੇਣੀ। ਮਾਲਕ ਜੀ ਨੇ ਉਹ ਕਿਹੜਾ ਖਜ਼ਾਨਾ ਦੱਸਿਆ? ਕਹਿੰਦੇ ਨਾਮ ਨਿਧਾਨ, ਨਾਮ ਦਾ ਖਜ਼ਾਨਾ, ਨਾਮ ਰੂਪ ਖਜ਼ਾਨਾ ਸਤਿਗੁਰੂ ਦਿਖਾਲਿਆ। ਗੁਰੂ ਨੇ ਵਿਖਾਤਾ। ਉਹਦੇ ਨਾਲ ਕੀ ਹੋਇਆ? ਹਰ ਰਸ ਪੀਆ ਅਘਾਏ, ਮਨ ਰੱਬ ਜੀ ਦੇ ਰਸ ਨੂੰ ਪੀਂਦਾ ਹੋਇਆ ਰੱਜ ਗਿਆ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ, ਮਨ ਮੁਖ ਫਿਰਹਿ ਨਾ ਜਾਣਹਿ ਸਤਿਗੁਰ, ਹਉ ਮੈਂ ਅੰਦਰ ਲਾਗ, ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਭੈ ਕੇਹੀ ਲਾਗ। ਅਖੀਰੀ ਪਦੇ ਵਿੱਚ ਆ ਕੇ ਸਾਹਿਬ ਨੇ ਬਖਸ਼ਿਸ਼ ਕੀਤੀ। ਕਹਿੰਦੇ ਜਿਨ ਕਿਨੈ ਪਾਇਆ, ਜਿਸ ਕਿਸੇ ਨੇ ਵੀ ਹਾਸਲ ਕੀਤਾ, ਸਾਧ ਸੰਗਤੀ, ਸਤ ਸੰਗਤ ਵਿੱਚ ਬੈਠ ਕੇ, ਪੂਰੇ ਭਾਗ ਬੈਰਾਗ, ਆਪਣੇ ਚੰਗੇ ਕਰਮਾਂ ਦੇ ਸਦਕਾ ਬੈਰਾਗ। ਜਿੰਨੂੰ ਵੀ ਬੈਰਾਗ ਮਿਲਿਆ, ਕਿੱਥੋਂ ਮਿਲਿਆ? ਚੰਗੇ ਭਾਗਾਂ ਸਦਕਾ, ਸਤ ਸੰਗਤ ਵਿੱਚੋਂ ਮਿਲਿਆ। ਮਤਲਬ ਰੱਬ ਪ੍ਰਤੀ ਪ੍ਰੇਮ ਜਿੰਨੂੰ ਵੀ ਮਿਲਿਆ, ਸੰਗਤ ਵਿੱਚੋਂ ਚੰਗੇ ਭਾਗਾਂ ਸਦਕਾ ਮਿਲਿਆ। ਨਹੀਂ ਤੇ ਮਨ ਮੁਖ ਫਿਰੈ ਨਾ ਜਾਣੈ ਸਤਿਗੁਰ, ਮਨ ਪਿੱਛੇ ਲਾ ਕੇ ਤੁਰਨ ਵਾਲੇ ਫਿਰਦੇ ਨੇ, ਬਹੁਤ ਫਿਰਦੇ ਨੇ। ਨਾ ਜਾਣੈ ਸਤਿਗੁਰ, ਗੁਰੂ ਨੂੰ ਨਹੀਂ ਜਾਣਦੇ ਹੋ। ਹਉਮੈ ਅੰਦਰ ਲਾਗ, ਉਹ ਤੇ ਦਿਨ ਰਾਤ ਅਜੇ ਵੀ ਹਉਮੈ ਵਿੱਚ ਹੀ ਲੱਗੇ ਹੋਏ, ਕਿਉਂਕਿ ਮਨ ਵਾਲੋਂ, ਮਨ ਪਾਸਿਓਂ ਮੁਖ ਨਹੀਂ ਮੁੜਿਆ। ਅਜੇ ਤੇ ਮਨ ਪਿੱਛੇ ਹੀ ਨੇ, ਉਧਰੋਂ ਮੁਖ ਮੁੜਿਆ ਹੀ ਨਹੀਂ। ਉਧਰੋਂ ਮੁਖ ਨਾ ਮੁੜਨ ਕਰਕੇ ਹਉਮੈ ਅੰਦਰ ਲਾਗ, ਅਜੇ ਵੀ ਕਿਤੇ ਕਿਤੇ ਮੈਂ ਆ ਜਾਂਦੀ ਹੈ। ਫਿਰ ਸਾਹਿਬ ਜੀ ਆਖਦੇ, ਕਹਿੰਦੇ ਨਾਨਕ, ਹੇ ਨਾਨਕ ਜੀ, ਸ਼ਬਦ ਰਤੇ, ਜਿਹੜੇ ਸ਼ਬਦ ਵਿੱਚ ਰੰਗੇ ਗਏ, ਹਰ ਨਾਮ ਰੰਗਾਏ, ਜਿਹੜੇ ਰੱਬ ਜੀ ਦੇ ਨਾਮ ਵਿੱਚ ਜਿਨ੍ਹਾਂ ਨੇ ਆਪਣਾ ਆਪਾ ਰੰਗਾ ਲਿਆ, ਬਿਨ ਭੈ ਕੇ ਹੀ ਲਾਗ, ਰੱਬ ਦੇ ਭੈ ਤੋਂ ਬਿਨਾ ਇਹ ਲਾਗ ਕਿਵੇਂ ਲੱਗ ਸਕਦੀ ਹੈ? ਰੱਬ ਦੇ ਭੈ ਤੋਂ ਬਿਨਾ ਇਹ ਪ੍ਰੇਮ ਕਿਵੇਂ ਲੱਗ ਸਕਦਾ? ਜਿਹਨੂੰ ਸਾਹਿਬ ਕਹਿੰਦੇ, ਜਿਨ ਮਨ ਭਉ ਤਿਨਾ ਮਨ ਭਾਉ, ਜਿਨ੍ਹਾਂ ਦੇ ਮਨ ਵਿੱਚ ਡਰ ਹੈ,
ਪਿਆਰ ਵੀ ਉਹਨਾਂ ਦੇ ਮਨ ਵਿੱਚ ਹੀ ਪੈਦਾ ਹੁੰਦਾ। ਬਿਨ ਭੈ ਕੇ ਹੀ ਲਾਗ, ਡਰ ਤੋਂ ਬਿਨਾ ਲਾਗ ਕਾਦੀ, ਪ੍ਰੇਮ ਕਾਦਾ। ਸ਼ਬਦ ਰਤੇ ਹਰ ਨਾਮ ਰੰਗਾਏ, ਰੰਗੇ ਉਹੀ ਗਏ ਕਿਹੜੇ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਅਸਲ ਵਿੱਚ ਉਹੀ ਰੰਗੇ ਗਏ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਉਹ ਰੰਗਦਾ ਹੈ। ਨਹੀਂ ਤੇ ਸਾਹਿਬ ਜੀ ਆਖਦੇ, ਅੱਜ ਦਾ ਪਾਵਨ ਹੁਕਮ ਵੀ ਮੇਰੇ ਪਾਤਸ਼ਾਹ ਜੀ ਨੇ ਇਹੋ ਬਖਸ਼ਿਸ਼ ਕੀਤਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਕਿਵੇਂ ਹੋ ਸਕਦਾ ਹੈ ਕਿ ਧਨ ਰੱਬ ਜੀ ਦੀਆਂ ਨਜ਼ਰਾਂ ਵਿੱਚ, ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਏ? ਕਿਉਂਕਿ ਤਨ ਮਾਇਆ ਦੀ ਪਾਹ ਵਿੱਚ ਲੱਗਾ ਹੋਇਆ। ਤੇ ਸਾਹਿਬ ਜੀ ਕਹਿੰਦੇ, ਜੇ ਹੁਣ ਇਸ ਤਨ ਤੋਂ, ਇਸ ਮਨ ਤੋਂ ਮਾਇਆ ਦੀ ਪਾਹ ਉਤਾਰੇ, ਮਾਇਆ ਦੀ ਪਾਹ ਲੱਥ ਜਾਏ, ਫਿਰ ਕਿਤੇ ਕਾਇਆ ਮਾਂਜਸ ਕੌਣ ਗੁਣਾ। ਕਾਇਆ ਮਾਂਜਣ ਦਾ ਕੋਈ ਲਾਭ ਨਹੀਂ, ਮਾਂਜਣਾ ਤੇ ਅੰਦਰ ਸੀ। ਆਪਣੇ ਅੰਦਰ ਨੂੰ ਮਾਂਜ, ਮਾਇਆ ਦੀ ਪਾਹ ਲੱਥੇ। ਜਦੋਂ ਮਾਇਆ ਦੀ ਪਾਹ ਲੱਥੇਗੀ ਨਾ, ਫਿਰ ਉਹ ਅਕਾਲ ਪੁਰਖ ਤਰੁੱਠ ਕੇ, ਜਦੋਂ ਉਹ ਤਰੁੱਠੇਗਾ ਨਾ, ਫਿਰ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ। ਜਿਹੜੇ ਸ਼ਬਦ ਵਿੱਚ ਰਤੇ ਗਏ, ਰੱਬ ਦੇ ਨਾਮ ਵਿੱਚ ਰੰਗੇ ਗਏ। ਸਾਹਿਬ ਕਹਿੰਦੇ, ਪਰ ਇਹ ਖੇਡ ਉਦੋਂ ਹੀ ਬਣਦੀ ਜਦੋਂ ਜੀਵ ਰੱਬ ਜੀ ਦੇ ਭੈ ਵਿੱਚ ਆ ਜਾਂਦਾ ਹੈ। ਰੱਬ ਜੀ ਦੇ ਭੈ ਤੋਂ ਬਿਨਾ ਇਹ ਲਾਗ ਨਹੀਂ ਲੱਗ ਸਕਦੀ। ਮਤਲਬ ਮਨ ਦੀਆਂ ਆਸ਼ਾਵਾਂ ਉਦਣ ਹੀ ਪੂਰੀਆਂ ਹੋਣਗੀਆਂ ਜਿੱਦਣ ਗੁਰੂ ਆਪ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਦੇਵੇਗਾ। ਤੇ ਜਿਸ ਦਿਨ ਮਨ ਨੂੰ ਰੱਬ ਜੀ ਦੇ ਭਾਉ ਵਿੱਚ ਰਹਿਣ ਦੀ ਜਾਚ ਆ ਜਾਏਗੀ, ਫਿਰ ਅੰਦਰ ਭਾਉ ਪੈਦਾ ਹੋਏਗਾ, ਪ੍ਰੇਮ ਪੈਦਾ ਹੋਏਗਾ, ਬੈਰਾਗ ਪੈਦਾ ਹੋਏਗਾ। ਫਿਰ ਕਿਤੇ ਜਾ ਕੇ ਜੀਵ ਗ੍ਰਹਿ ਹੀ ਮਾਹੇ ਉਦਾਸਾ, ਫਿਰ ਘਰ ਦੇ ਵਿੱਚ ਰਹਿੰਦਾ ਹੋਇਆ ਜੀਵ ਉਦਾਸੀ ਧਾਰਨ ਕਰਦਾ। ਮਤਲਬ ਪਰਿਵਾਰ ਵਿੱਚ, ਗ੍ਰਸਥ ਵਿੱਚ ਰਹਿੰਦਾ ਹੋਇਆ ਬੈਰਾਗੀ ਤੇ ਜੋਗੀ ਬਣ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਵੀ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਰਹਿਮਤ ਭਰਿਆ ਹੱਥ ਰੱਖਣ। ਕਿਤੇ ਸਾਹਿਬ ਕੋਲੋਂ ਅਸੀਂ ਵੀ ਨਾਮ ਰੂਪੀ ਖਜ਼ਾਨੇ ਦੀ ਮੰਗ ਕਰਨ ਦੀ ਜਾਚ ਸਿੱਖ ਲਈਏ, ਸਾਨੂੰ ਵੀ ਨਾਮ ਰੂਪੀ ਖਜ਼ਾਨਾ ਮੰਗਣਾ ਆ ਜਾਏ। ਸਾਹਿਬ ਅੱਗੇ ਝੋਲੀਆਂ ਅੱਡ ਕੇ ਆਖਦੇ ਰਿਹਾ ਕਰੀਏ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਬੈਰਾਗ। ਮਨ ਮੁਖ ਫਿਰਹਿ ਨਾ ਜਾਣੇ ਸਤਿਗੁਰ, ਹਉ ਮੈਂ ਅੰਦਰ ਲਾਗ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਭੈ ਕੇਹੀ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।